Hello students, welcome to my YouTube channel Study for Alvers. In this channel, we are preparing for Master Cadre Chemistry. ਦੇਖੋ ਅੱਜ ਅਸੀਂ ਮਾਸਟਰ ਕੈਡਰ ਕੈਮਿਸਟਰੀ ਜਿਹੜੀ ਹੈਗੀ ਆ ਉਹਦੀ ਸੀਰੀਜ਼ ਨੂੰ ਸਟਾਰਟ ਕਰਨ ਚੱਲੇ ਹਾਂ ਅਤੇ ਇਹਦੇ ਵਿੱਚ ਮੈਂ ਫਸਟ ਟੌਪਿਕ ਜਿਹੜਾ ਹੈ ਉਹ ਹੈਗਾ ਮੇਰਾ ਆਰਗੈਨਿਕ ਕੰਪਾਊਂਡਸ ਜਿਸ ਦੇ ਵਿੱਚ ਕੀ ਹੋਣਗੇ ਹੈਲੋਜਨਸ ਓਕੇ ਮੀਨਸ ਆਰਗੈਨਿਕ ਕੰਪਾਊਂਡਸ ਕੰਟੇਨਿੰਗ ਹੈਲੋਜਨਸ ਇਹ ਟੌਪਿਕ ਅਸੀਂ ਸਟਾਰਟ ਕਰਨ ਚੱਲੇ ਹਾਂ ਜੋ ਇਸ ਦੇ ਵਿੱਚ ਅੰਡਰਲਾਈਨ ਪੋਰਸ਼ਨ ਹੈ ਇਹ ਅਸੀਂ ਸਟਾਰਟ ਕਰਾਂਗੇ ਅੱਜ ਮੀਨਸ ਅੱਜ ਇਹ ਆਪਣਾ ਟੌਪਿਕ ਰਹੇਗਾ ਓਕੇ ਸੋ ਇਹਨੂੰ ਸਟਾਰਟ ਕਰਨ ਲੱਗਿਆਂ ਆਪਾਂ ਥੋੜ੍ਹਾ ਜਾਣ ਲਈਏ ਵੀ ਇਸ ਚੈਪਟਰ ਦੀ ਇੰਟਰੋਡਕਸ਼ਨ ਕੀ ਹੈਗੀ ਆ ਅਤੇ ਇਸ ਚੈਪਟਰ ਨੂੰ ਦੇਖੋ ਆਪਾਂ ਜੋ ਪਲੱਸ 2 ਦੇ ਵਿੱਚ ਹੈਲੋ ਅਲਕੇਨਸ ਐਂਡ ਹੈਲੋ ਅਰੀਨਸ ਹੈ ਇਹ ਉਹੀ ਟੌਪਿਕ ਹੈ ਐਗਜ਼ੈਕਟਲੀ ਓਕੇ ਤਾਂ ਇਹਦੇ ਵਿੱਚ ਕੀ ਹੈਗਾ ਦੇਖੋ ਹੈਲੋ ਅਲਕੇਨਸ ਅਤੇ ਹੈਲੋ ਅਰੀਨਸ ਹੁੰਦੇ ਕੀ ਨੇ ਸਭ ਤੋਂ ਪਹਿਲੀ ਗੱਲ ਹੈ ਤੁਹਾਨੇ ਹਾਈਡਰੋਕਾਰਬਨ ਬਾਰੇ ਤਾਂ ਸੁਣਿਆ ਹੋਊਗਾ ਹਾਈਡਰੋਕਾਰਬਨ ਦੇ ਵਿੱਚ ਜੇਕਰ ਅਸੀਂ ਇੱਕ ਐਚ ਨੂੰ ਹਟਾ ਕੇ ਉਹਦੀ ਜਗ੍ਹਾ 'ਤੇ Cl ਲਗਾ ਦਈਏ ਤਾਂ ਜਾਂ ਫਿਰ ਕੋਈ ਵੀ ਹੈਲੋਜਨ ਐਟਮ ਤੁਸੀਂ ਲਗਾਉਣਾ ਚਾਹੋ ਲਗਾਓ ਅਤੇ ਉਹ ਤੁਹਾਡੇ ਕੋਲ ਕੀ ਬਣ ਜਾਏਗਾ ਹਾਈਡਰੋਕਾਰਬਨ ਕਿਸ ਦੇ ਵਿੱਚ ਕਨਵਰਟ ਹੋ ਜਾਏਗਾ ਹੈਲੋ ਅਲਕੇਨ ਦੇ ਵਿੱਚ ਫੋਰ ਐਗਜ਼ਾਮਪਲ ਸਾਡੇ ਕੋਲ ਹੈ ਦੈਟ ਇਜ਼ CH3 CH2 CH3 ਠੀਕ ਹੈ ਸਭ ਨੂੰ ਪਤਾ ਹੈ ਕਿ ਇਹ ਪ੍ਰੋਪੇਨ ਹੈ ਅਗਰ ਮੈਂ ਇਹਦੇ ਵਿੱਚੋਂ ਇੱਕ H ਨੂੰ ਰਿਮੂਵ ਕਰਦਾ ਅਤੇ ਇਹਦੀ ਜਗ੍ਹਾ 'ਤੇ ਮੈਂ ਕੀ ਲਗਾ ਦਾਂ Cl ਲਗਾ ਦਾਂ ਤਾਂ ਮੇਰੇ ਕੋਲ ਕੀ ਬਣੂਗਾ ਦੈਟ ਇਜ਼ CH3 CH2 CH2Cl okay now this compound is called haloalkane ਓਕੇ ਅਗਰ ਬੈਂਜ਼ੀਨ ਦੀ ਗੱਲ ਕੀਤੀ ਜਾਵੇ ਬੈਂਜ਼ੀਨ ਕੇਸ ਦੇ ਵਿੱਚ ਸੇਮ ਹੈਗਾ ਠੀਕ ਹੈ ਦਿਸ ਇਜ਼ ਬੈਂਜ਼ੀਨ ਰਿੰਗ ਅਗਰ ਅਸੀਂ ਇੱਥੇ ਕਲੋਰੀਨ ਲਗਾ ਦਈਏ ਦਿਸ ਇਜ਼ ਹੈਲੋ ਅਰੀਨ ਇਹ ਹੈਲੋ ਅਰੀਨ ਹੁੰਦਾ ਹੈ ਓਕੇ ਸੋ ਇਹਦੇ ਵਿੱਚ ਇਹੀ ਦਿੱਤਾ ਹੋਇਆ ਕਹਿੰਦੇ ਹੈਲੋ ਅਲਕੀਨਸ ਐਂਡ ਹੈਲੋ ਅਰੀਨਸ ਆਰ ਓਬਟੇਨ ਬਾਏ ਦ ਰਿਪਲੇਸਮੈਂਟ of a hydrogen atom of an alkane and arene respectively by the halogen atom ਬਸ ਤੁਹਾਨੂੰ ਮੈਂ ਸਮਝਾ ਦਿੱਤਾ ਹੈਗਾ ਐਕਚੁਅਲੀ ਇੱਥੇ ਜੋ ਹੈ ਹੈਲੋ ਅਲਕੇਨ ਆਏਗਾ ਓਕੇ यहाँ ਇੱਥੇ ਕੀ ਆਏਗਾ ਹੈਲੋ ਅਲਕੇਨ ਆਏਗਾ ਠੀਕ ਹੈ ਇਹ ਦੀ ਇੰਟਰੋਡਕਸ਼ਨ ਸੀਗੀ ਨੈਕਸਟ ਤੁਸੀਂ ਯਾਦ ਰੱਖਣਾ ਹੈ ਕਿ ਜੋ ਹੈਲੋ ਅਲਕੇਨ ਹੁੰਦੇ ਨੇ ਜਿਹਦੇ ਨਾਲ ਜੋ ਹੈ ਹੈਲੋਜਨ ਗਰੁੱਪ ਲੱਗਿਆ ਹੁੰਦਾ ਹੈ ਅਗਰ ਹੈਲੋ ਅਲਕੇਨ ਦੀ ਗੱਲ ਕਰੀਏ ਹੈਲੋਜਨ ਗਰੁੱਪ ਜਿਹੜੇ ਕਾਰਬਨ ਐਟਮ ਨਾਲ ਲੱਗਿਆ ਹੁੰਦਾ ਹੈ ਉਸ ਦੀ ਹਾਈਬ੍ਰਿਡਾਈਜੇਸ਼ਨ sp3 ਹੁੰਦੀ ਹੈ ਬਟ ਹੈਲੋ ਅਰੀਨ ਦੇ ਕੇਸ ਦੇ ਵਿੱਚ ਇਹ sp2 ਹੁੰਦੀ ਹੈ ओके नेक्स्ट हमारा टॉपिक है दैट इज नॉमेनक्लेचर ये देखो नॉमेनक्लेचर आ गया इसमें थोड़ा सा आप कुछ कंपाउंड्स को देखो जैसे कि ये रहा हमारे पास CH3Cl दिस इज व्हाट मिथाइल क्लोराइड ओके ये नॉर्मल कंपाउंड्स है आप इसको एक बार देख लेना ਅੱਗੇ ਹੈਗਾ ਸਾਡੇ ਕੋਲ ਡਾਈ ਹੈਲੋ ਐਂਡ ਪੋਲੀ ਹੈਲੋ ਡੈਰੀਵੇਟਿਵਸ ਡਾਈ ਹੈਲੋ ਦਾ ਮਤਲਬ ਇਹ ਹੁੰਦਾ ਵੀ ਜੇਕਰ ਸਾਡੇ ਕੋਲ 2 ਕਲੋਰੀਨ ਲੱਗੇ ਹੋਏ ਨੇ ਅਤੇ ਉਸ ਤੋਂ ਵੱਧ ਕਲੋਰੀਨ ਲੱਗੇ ਹੋਏ ਨੇ ਤਾਂ ਉਹ ਡਾਈ ਹੈਲੋ ਅਤੇ ਪੋਲੀ ਹੈਲੋ ਡੈਰੀਵੇਟਿਵ ਆ ਜਾਂਦੇ ਨੇ ਮੀਨਸ ਇਹ ਸਾਰੇ ਹੀ ਹੈਲੋ ਅਲਕੇਨਸ ਨੇ ਡਿਪੈਂਡ ਕਰਦਾ ਵੀ ਕਿੰਨੇ ਕਲੋਰੀਨ ਜਿਹੜੇ ਐਟਮ ਲੱਗੇ ਹੋਏ ਨੇ ਇਹ ਸਾਰੇ ਨੋਮਨਕਲੇਚਰ ਦੇ ਵਿੱਚ ਆ ਜਾਂਦਾ ਤੁਸੀਂ ਇੱਕ ਦੋ ਕਰਕੇ ਦੇ ਵਿੱਚ ਟਰਾਈ ਕਰ ਲਿਓ ਨੈਕਸਟ ਜਿਹੜਾ ਮੇਨ ਹੈ ਹੈਲੋਰੀਨ ਆ ਦੇਖੋ ਇਹ ਸਾਰੇ ਹੈਲੋਰੀਨ ਆ ਗਏ ਇੱਕ ਕਲੋਰੀਨ ਲੱਗਿਆ ਤਾਂ ਕਲੋਰੋਬੈਂਜ਼ਿਨ ਹੋ ਗਿਆ ਐਂਡ ਅਗਰ 2 ਲੱਗੇ ਨੇ ਤਾਂ ਕਿਹੜੀ ਪੋਜੀਸ਼ਨ 'ਤੇ ਲੱਗੇ ਨੇ ਦੇਖੋ ਥਰਡ ਡਾਇਗਰਾਮ ਦੀ ਗੱਲ ਕਰ ਰਹੀ ਹਾਂ ਮੈਂ 1,2 ਡਾਈਕਲੋਰੋਬੈਂਜ਼ਿਨ ਔਰ ਔਰਥੋ ਡਾਈਕਲੋਰੋਬੈਂਜ਼ਿਨ ਵੀ ਕਹਿ ਸਕਦੇ ਆ ਸਭ ਨੂੰ ਪਤਾ ਹੈ ਕਿ ਜੋ ਆਪਣੇ ਕੋਲ ਬੈਂਜ਼ਿਨ ਰਿੰਗ ਹੁੰਦੀ ਹੈ ਇਹ ਉਹਦੀ ਔਰਥੋ ਪੋਜੀਸ਼ਨ ਹੁੰਦੀ ਹੈ ਇਹ ਉਹਦੀ ਮੈਟਾ ਪੋਜੀਸ਼ਨ ਹੁੰਦੀ ਹੈ ਅਤੇ ਇਹ ਉਹਦੀ ਪੈਰਾ ਪੋਜੀਸ਼ਨ ਹੁੰਦੀ ਹੈ ਠੀਕ ਹੈ ਜੀ ਨੈਕਸਟ ਆ ਜੋ ਆਪਣੇ ਕੋਲ ਹੈਗਾ ਮੇਨ ਅੱਜ ਦਾ ਟੌਪਿਕ ਜੋ ਸੀਗਾ ਦੈਟ ਇਜ਼ ਮੈਥਡਸ ਆਫ ਪ੍ਰੈਪਰੇਸ਼ਨ ਆਫ ਹੈਲੋ ਅਲਕੇਨਸ ਹੈਲੋ ਅਲਕੇਨਸ ਪ੍ਰਪੇਅਰ ਕਰਨ ਚੱਲਿਆ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹੈਲੋ ਅਲਕੇਨਸ ਆਪਾਂ ਕਿੰਨੇ ਤਰ੍ਹਾਂ ਸਿਸਟਮ ਤੋਂ ਜੋ ਹੈ ਟਾਈਪਸ ਤੋਂ ਆਪਾਂ ਪ੍ਰਪੇਅਰ ਕਰ ਸਕਦੇ ਹਾਂ ਠੀਕ ਹੈ ਜੀ 4 ਜਿਹੜੇ ਇਹਦੀਆਂ ਟਾਈਪਸ ਨੇ ਜਿੱਥੋਂ ਤੁਸੀਂ ਹੈਲੋ ਅਲਕੇਨ ਨੂੰ ਪ੍ਰਪੇਅਰ ਕਰ ਸਕਦੇ ਹੋ ਜਿੱਦਾਂ ਹੈਗਾ ਫਰੋਮ ਐਲਕੋਹਲਸ ਤੋਂ ਪ੍ਰਪੇਅਰ ਕਰ ਸਕਦੇ ਹੋ ਹੈਲੋ ਅਲਕੇਨਸ ਨੂੰ ਫਰੋਮ ਹਾਈਡਰੋਕਾਰਬਨਸ ਤੋਂ ਪ੍ਰਪੇਅਰ ਕਰ ਸਕਦੇ ਹੋ ਹੈਲੋਜਨ ਐਕਸਚੇਂਜ ਤੋਂ ਪ੍ਰਪੇਅਰ ਕਰ ਸਕਦੇ ਹੋ ਸਿਲਵਰ ਸਾਲਟਸ ਆਫ ਐਸਿਡਸ ਤੋਂ ਵੀ ਪ੍ਰਪੇਅਰ ਕਰ ਸਕਦੇ ਹੋ ਅੱਗੇ ਹੈਗਾ ਹੁਣ ਅਸੀਂ ਸਭ ਤੋਂ ਪਹਿਲੀ ਟਾਈਪ ਪੜ੍ਹਨੀ ਹੈ ਫਰੋਮ ਐਲਕੋਹਲਸ ਵਿਚ ਇਜ਼ ਵੈਰੀ ਇੰਪੋਰਟੈਂਟ ਐਲਕੋਹਲਸ ਦੇ ਵਿੱਚ ਵੀ ਫਰਦਰ ਆਪਣੇ ਕੋਲ 3 ਟਾਈਪਸ ਆਉਂਦੀਆਂ ਨੇ
ਐਲਕੋਹਲ ਦੇ ਵਿੱਚ ਅਸੀਂ HX ਐਡ ਕਰਾਂਗੇ, ਓਕੇ। ਐਲਕੋਹਲ ਦੇ ਵਿੱਚ ਅਸੀਂ ਫਾਸਫੋਰਸ ਹੈਲਾਈਡ ਐਡ ਕਰਾਂਗੇ ਤੇ ਐਲਕੋਹਲ ਦੇ ਵਿੱਚ ਅਸੀਂ ਥਾਇਓਨਾਈਲ ਕਲੋਰਾਈਡ ਐਡ ਕਰਾਂਗੇ, ਜਿਸ ਦੇ ਫਾਰਮੂਲੇ ਇੱਥੇ ਮੈਨੇ ਲਿਖ ਰੱਖੇ ਨੇ, ਠੀਕ ਹੈ ਜੀ। ਅੱਗੇ ਹੈਗਾ ਸਭ ਤੋਂ ਪਹਿਲੀ ਟਾਈਪ ਅਲਕੋਹਲ ਦੇ ਵਿੱਚ ਅਸੀਂ ਕੀ ਕਰਾਂਗੇ, HX ਐਡ ਕਰਾਂਗੇ, ਮੀਨਸ ਹੈਲੋਜਨ ਐਸਿਡ ਐਡ ਕਰਾਂਗੇ। ਜਦੋਂ ਤੁਸੀਂ ਐਲਕੋਹਲ ਲਓਗੇ ਤੇ ਉਹਦੇ ਵਿੱਚ HX ਐਡ ਕਰੋਗੇ ਤਾਂ ਹੋਏਗਾ ਕਿ ਵਾਟਰ ਉਹਦੇ ਵਿੱਚ ਉਹਦੀ ਰਿਮੂਵ ਹੋ ਜਾਂਦਾ ਹੈ, ਮੀਨਸ ਵਾਟਰ ਰਿਮੂਵ ਹੋਏਗਾ ਤੇ ਸਾਡੇ ਕੋਲ ਕੰਪਾਊਂਡ ਕੀ ਬਣੇਗਾ, ਓਬਵੀਅਸਲੀ ਹੈਲੋ ਅਲਕੇਨ ਬਣ ਕੇ ਤਿਆਰ ਹੋਏਗਾ। ਤੇ ਇਸ ਦੇ ਵਿੱਚ ਜੇਕਰ ਅਸੀਂ ਐਗਜ਼ਾਮਪਲ ਦੀ ਗੱਲ ਕਰੀਏ, ਆ ਦੇਖੋ ਕਲੋਰੋਈਥੇਨ, ਕਲੋਰੋਈਥੇਨ ਅਸੀਂ ਪ੍ਰਪੇਅਰ ਕਰ ਰਹੇ ਹਾਂ ਕਿਸ ਕੇਸ ਤੋਂ, 1 ਡਿਗਰੀ ਅਲਕੋਹਲ ਤੋਂ, 2 ਡਿਗਰੀ ਅਲਕੋਹਲ ਤੋਂ, 3 ਡਿਗਰੀ ਅਲਕੋਹਲ ਤੋਂ, ਠੀਕ ਹੈ ਜੀ। ਆ ਦੇਖੋ ਇਹ 1 ਡਿਗਰੀ ਅਲਕੋਹਲ ਤੋਂ ਤੁਸੀਂ ਹੈਲੋ ਅਲਕੇਨ ਨੂੰ ਪ੍ਰਪੇਅਰ ਕੀਤਾ, ਓਕੇ। ਇਹ 2 ਡਿਗਰੀ ਤੋਂ ਪ੍ਰਪੇਅਰ ਕੀਤਾ ਤੇ ਇਹ 3 ਡਿਗਰੀ ਤੁਸੀਂ ਐਲਕੋਹਲ ਤੋਂ ਪ੍ਰਪੇਅਰ ਕੀਤਾ। ਸਾਰਿਆਂ ਦੇ ਵਿੱਚ ਕੀ ਹੈ, ਵਾਟਰ ਹੈ ਜਿਹੜਾ ਉਹ ਰਿਮੂਵ ਹੋਇਆ ਤੇ ਸਾਰਿਆਂ ਦੇ ਵਿੱਚ ਕੀ ਹੈ, ਹੈਲੋ ਅਲਕੇਨ ਪ੍ਰਪੇਅਰ ਹੋਇਆ। ਬਟ ਇੱਕ ਡਿਫਰੈਂਸ ਹੈ, ਜਦੋਂ ਤੁਸੀਂ 1 ਡਿਗਰੀ ਤੇ 2 ਡਿਗਰੀ ਤੋਂ ਪ੍ਰਪੇਅਰ ਕਰਦੇ ਹੋ, ਅਲਕੋਹਲ ਤੋਂ ਪ੍ਰਪੇਅਰ ਕਰਦੇ ਹੋ ਹੈਲੋ ਅਲਕੇਨ ਨੂੰ, ਤਾਂ ਉਸਨੂੰ ਗਰੂਵਸ ਪ੍ਰੋਸੈਸ ਕਿਹਾ ਜਾਂਦਾ ਹੈ, ਠੀਕ ਹੈ ਜੀ। ਤੁਸੀਂ ਇਹਦੇ ਵਿੱਚ ਜੋ ਰੀਏਜੈਂਟ ਹੈ ਦੈਟ ਇਜ਼ ਕੀ ਐਡ ਕਰਦੇ ਹੋ, ਐਨਹਾਈਡਰਸ ਜ਼ਿੰਕ ਕਲੋਰਾਈਡ। ਸਿਮਿਲਰ ਫॉर ਦਿਸ, ਇਹ ਦੋਨੋਂ ਰਿਐਕਸ਼ਨਸ ਨੂੰ ਗਰੂਵਸ ਪ੍ਰੋਸੈਸ ਕਿਹਾ ਜਾਂਦਾ ਹੈ। ਬਟ ਜੋ ਥਰਡ ਰਿਐਕਸ਼ਨ ਹੈ, ਜੋ 3 ਡਿਗਰੀ ਅਲਕੋਹਲ ਹੈ, ਉਹ ਬਹੁਤ ਜ਼ਿਆਦਾ ਹੀ ਰਿਐਕਟਿਵ ਹੁੰਦੀ ਹੈ, ਜਿਸ ਦੇ ਕਾਰਨ ਉਹ ਖੁਦ ਹੀ ਦੇਖੋ HCl ਜਦੋਂ ਤੁਸੀਂ ਐਡ ਕਰੋਗੇ ਰੂਮ ਟੈਂਪਰੇਚਰ 'ਤੇ ਜਿਹੜੀ ਹੈ ਰਿਐਕਸ਼ਨ ਹੋ ਜਾਣੀ ਹੈ। ਸੋ ਇਹਦੇ ਵਿੱਚ ਨੀਡ ਨਹੀਂ ਹੈਗੀ ਜ਼ਿੰਕ ਕਲੋਰਾਈਡ ਐਡ ਕਰਨ ਦੀ, ਸੋ ਇਹ ਗਰੂਵਸ ਪ੍ਰੋਸੈਸ ਦੇ ਵਿੱਚ ਨਹੀਂ ਆਊਗੀ, ਓਕੇ। ਥੋੜਾ ਜ਼ਿੰਕ ਕਲੋਰਾਈਡ ਬਾਰੇ ਜਾਣ ਲਓ, ਇਹ ਤੋਂ ਵੀ 1 ਮਾਰਕ ਦਾ MCQ ਜਿਹੜਾ ਬਣ ਸਕਦਾ ਹੈ, ਦੈਟ ਇਜ਼ ਟਰਸ਼ਰੀ ਅਲਕੋਹਲਸ ਆਰ ਵੈਰੀ ਰਿਐਕਟਿਵ, ਦੇਅਰਫੋਰ ਰਿਐਕਟ ਵਿਦ HCl ਇਨ ਦੀ ਐਬਸੈਂਸ ਆਫ ਜ਼ਿੰਕ Cl2। ਦੇਖੋ ਜ਼ਿੰਕ Cl2 ਦੀ ਐਡ ਕਰਨ ਦੀ ਸਾਨੂੰ ਨੀਡ ਨਹੀਂ ਹੈਗੀ। ਪਰਪਸ ਕੀ ਹੈ, ਅਸੀਂ ਕਿਉਂ ਜ਼ਿੰਕ Cl2 ਨੂੰ ਐਡ ਕਰਦੇ ਹਾਂ, ਜ਼ਿੰਕ Cl2 ਨੂੰ ਇਸ ਲਈ ਐਡ ਕੀਤਾ ਜਾਂਦਾ ਹੈ ਤਾਂ ਕਿ ਜੋ ਅਲਕੋਹਲ ਦਾ CO ਬੌਂਡ ਹੈ ਉਸਨੂੰ ਬ੍ਰੇਕ ਕੀਤਾ ਜਾ ਸਕੇ। CO ਬੌਂਡ ਬ੍ਰੇਕ ਹੋਏਗਾ ਫੇਰ ਹੀ ਤਾਂ ਹੈਲੋਜਨ ਜਿਹੜਾ ਉਸਦੇ ਨਾਲ ਅਟੈਚ ਹੋਏਗਾ ਨਾ ਜਾ ਕੇ, ਤਾਂ ਦੈਟ ਮੀਨ ਇਹਦਾ ਕੰਮ ਕੀ ਹੈ, CO ਬੌਂਡ ਨੂੰ ਕਲੀਵ ਕਰਨਾ। MCQ ਬਣ ਸਕਦਾ ਹੈ ਕਿ ਜੋ ਜ਼ਿੰਕ Cl2 ਐਡ ਕੀਤਾ ਜਾਂਦਾ ਹੈ ਕਿਹੜੇ ਬੌਂਡ ਨੂੰ ਕਲੀਵ ਕਰਨ ਲਈ ਕੀਤਾ ਜਾਂਦਾ ਹੈ, CO ਬੌਂਡ ਨੂੰ। ਉਸ ਤੋਂ ਬਾਅਦ ਸਿਮਿਲਰ ਕੇਸ ਹੈ, ਦੇਖੋ ਇਹਦੇ ਵਿੱਚ ਤੁਸੀਂ ਅਗਰ ਤੁਹਾਨੂੰ ਇੱਕ ਰਿਐਕਸ਼ਨ ਪ੍ਰਪੇਅਰ ਹੋ ਗਈ ਤਾਂ ਤੁਸੀਂ ਇਹ ਵਾਲੀ ਖੁਦ ਕਰ ਸਕਦੇ ਹੋ, ਠੀਕ ਹੈ ਜੀ। ਇਹਦੇ ਵਿੱਚ 2 ਡਿਗਰੀ ਨਹੀਂ ਹੈ, 1 ਡਿਗਰੀ ਅਲਕੋਹਲ ਤੋਂ ਤੁਸੀਂ ਬ੍ਰੋਮੋ ਜੋ ਬ੍ਰੋਮੋ ਹੈਲੋ ਅਲਕੇਨ ਕਹਿ ਸਕਦੇ ਆ, ਬ੍ਰੋਮੋ ਅਲਕੇਨ ਪ੍ਰਪੇਅਰ ਕਰ ਰਹੇ ਹੋ। ਸਿਮਿਲਰ ਹੈਗਾ ਤੁਹਾਡੇ ਲਈ ਆਈਡੋ ਅਲਕੇਨ, ਇਹ ਵੀ ਬਿਲਕੁਲ ਸਿਮਿਲਰ ਰਿਐਕਸ਼ਨ ਹੈ। ਇੱਕ ਨੋਟ ਦਿੱਤਾ ਗਿਆ, ਇਹਨਾਂ ਨੇ ਕਿਹਾ ਕਿ ਜੋ ਸੈਕੰਡਰੀ ਤੇ ਟਰਸ਼ਰੀ ਬ੍ਰੋਮਾਈਡਸ ਨੇ ਜਾਂ ਫਿਰ ਆਇਓਡਾਈਡਸ ਨੇ ਉਹ ਪ੍ਰਪੇਅਰ ਨਹੀਂ ਕੀਤੇ ਜਾਂਦੇ ਫਰੋਮ ਅਲਕੋਹਲ। ਤੁਸੀਂ ਦੇਖ ਰਹੇ ਹੋ ਨਾ, ਦੇਖੋ 1 ਡਿਗਰੀ ਪ੍ਰਪੇਅਰ ਕੀਤਾ ਬਟ 2 ਡਿਗਰੀ ਤੇ 3 ਡਿਗਰੀ ਨੂੰ ਪ੍ਰਪੇਅਰ ਨਹੀਂ ਕੀਤਾ ਜਾ ਸਕਦਾ। ਕਾਰਨ ਕੀ ਹੈ, ਰੀਜ਼ਨ ਬਿਹਾਈਂਡ ਦਿਸ, ਕਿਉਂਕਿ ਜਦੋਂ ਅਸੀਂ 2 ਡਿਗਰੀ ਤੇ 3 ਡਿਗਰੀ ਲੈਂਦੇ ਹਾਂ ਨਾ, ਉਹਦੇ ਵਿੱਚ ਅਸੀਂ ਸਲਫਿਊਰਿਕ ਐਸਿਡ ਜਾਂ ਇੱਦਾਂ ਦੀ ਚੀਜ਼ ਐਡ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ, ਡੀਹਾਈਡਰੇਸ਼ਨ ਹੋ ਜਾਂਦੀ ਹੈ, ਮੀਨਸ ਹੈਲੋ ਅਲਕੇਨ ਨਹੀਂ ਬਣਦੇ ਹੈਗੇ, ਉੱਥੇ ਅਲਕੀਨਸ ਬਣ ਜਾਂਦੇ ਨੇ। ਬਟ ਸਾਡਾ ਟਾਰਗੇਟ ਤਾਂ ਹੈਲੋ ਅਲਕੇਨ ਬਣਾਉਣ ਦਾ ਹੈ, ਇਸ ਕਰਕੇ ਇਹ ਦੋਨੋਂ ਜਿਹੜੇ ਨੇ ਪ੍ਰਪੇਅਰ ਨਹੀਂ ਕੀਤੇ ਜਾ ਸਕਦੇ। ਸਭ ਤੋਂ ਲੀਸਟ ਰਿਐਕਟਿਵ ਕਿਹੜਾ, HF। ਦੇਖੋ ਅਸੀਂ HCl ਵੀ ਲੈ ਲਿਆ, ਓਕੇ, ਅਸੀਂ HI ਵੀ ਲੈ ਚੁੱਕੇ ਹਾਂ, ਅਸੀਂ HBr ਵੀ ਲੈ ਚੁੱਕੇ ਹਾਂ, ਤੇ ਹੁਣ ਸਾਡੇ ਕੋਲ HF ਨਹੀਂ ਆਇਆ। HF ਜੋ ਹੁੰਦਾ ਦੇਖੋ ਇਸ ਕਰਕੇ ਨਹੀਂ ਆਇਆ ਕਿਉਂਕਿ ਇਹ ਬਹੁਤ ਘੱਟ ਰਿਐਕਟਿਵ ਹੁੰਦਾ, ਇਸ ਕਰਕੇ ਫਲੋਰੋ ਅਲਕੇਨਸ ਜਿਹੜੇ ਨੇ ਉਹ ਇੱਥੇ ਨਹੀਂ ਬਣਦੇ, ਠੀਕ ਹੈ ਜੀ। ਅੱਗੇ ਹੈਗਾ ਆਰਡਰ ਆਫ ਰਿਐਕਟੀਵਿਟੀ, ਸਭ ਤੋਂ ਵੱਧ ਰਿਐਕਟਿਵ ਕੌਣ ਕਰਦਾ ਹੈ, HI। ਇਹ ਆਰਡਰ ਆਫ ਰਿਐਕਟੀਵਿਟੀ ਹੈ, 1 ਮਾਰਕ ਲਈ ਤੁਸੀਂ ਪ੍ਰਪੇਅਰ ਕਰਨਾ ਹੈ। ਅਗਰ ਤੁਹਾਨੂੰ ਇਹ ਸਾਰੀ ਰਿਐਕਸ਼ਨਸ ਕਰ ਲਈਆਂ ਤਾਂ ਰਿਐਕਸ਼ਨਸ ਦੇ ਵਿੱਚ ਇਹੀ ਚੀਜ਼ ਆਉਂਦੀ ਹੈ ਕਿ ਹੈਲੋਜਨ ਐਸਿਡਸ ਦੀ ਰਿਐਕਟੀਵਿਟੀ ਕੀ ਹੈ, ਸਭ ਤੋਂ ਵੱਧ ਰਿਐਕਟ ਕੌਣ ਕਰਦਾ ਹੈ। ਇਹਨਾਂ ਕੇਸਿਸ ਦੇ ਵਿੱਚ HI ਹੀ ਸਭ ਤੋਂ ਜ਼ਿਆਦਾ ਰਿਐਕਟਿਵ ਹੁੰਦਾ ਹੈਗਾ, ਠੀਕ ਹੈ ਜੀ। ਅੱਗੇ ਹੈਗਾ ਤੁਹਾਡੇ ਕੋਲ ਰਿਐਕਟੀਵਿਟੀ ਆਫ ਅਲਕੋਹਲ। ਅਲਕੋਹਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ 3 ਡਿਗਰੀ ਜੋ ਹੁੰਦੇ ਨੇ ਸਭ ਤੋਂ ਵੱਧ ਰਿਐਕਟਿਵ ਹੁੰਦੇ ਨੇ, ਤਾਂ 3 ਡਿਗਰੀ ਫਿਰ 2 ਡਿਗਰੀ ਫਿਰ 1 ਡਿਗਰੀ, ਓਕੇ। ਤਾਂ ਅਲਕੋਹਲ ਦੇ ਵਿੱਚ ਕੀ ਹੁੰਦਾ ਹੈ, 3 ਡਿਗਰੀ ਸਭ ਤੋਂ ਜ਼ਿਆਦਾ ਰਿਐਕਟਿਵ ਹੁੰਦਾ, ਫਿਰ 2 ਡਿਗਰੀ ਰਿਐਕਟਿਵ ਹੁੰਦਾ, ਫਿਰ ਕੌਣ ਰਿਐਕਟਿਵ ਹੁੰਦਾ, 1 ਡਿਗਰੀ, ਓਕੇ। ਨੈਕਸਟ ਹੈ ਸਾਡੇ ਕੋਲ, ਅਸੀਂ ਦੇਖੋ ਆਹ ਟੌਪਿਕ ਜਿਹੜਾ ਹੈ ਅਸੀਂ ਹੈਲੋ ਅਲਕੇਨਸ ਪ੍ਰਪੇਅਰ ਕਰ ਰਹੇ ਸੀਗੇ ਫਰੋਮ ਦਾ ਅਲਕੋਹਲ ਸਾਡਾ ਇਹ ਟੌਪਿਕ ਕੰਪਲੀਟ ਹੋ ਗਿਆ। ਇਹ ਤਾਂ ਦੇਖੋ ਇਹਦੇ ਵਿੱਚ ਮੇਨ ਆ ਗਈਆਂ ਸੀ 4-5 ਰਿਐਕਸ਼ਨਸ, ਇਹ ਦੇਖੋ ਹੁਣ ਸੈਕਿੰਡ, ਓਕੇ। ਇਹਦੇ ਵਿੱਚ ਕੀ ਹੈ, ਹੁਣ ਅਸੀਂ ਫਾਸਫੋਰਸ ਹੈਲਾਈਡ ਜੋ ਹੈ ਉਸਨੂੰ ਕੀ ਕਰਨਾ ਹੈ,
ਐਡ ਕਰਨਾ ਹੈ ਕਿਹਦੇ ਵਿੱਚ, ਸੇਮ ਅਲਕੋਹਲ ਦੇ ਵਿੱਚ। ਆ ਦੇਖੋ ਕਲੋਰੋ ਅਲਕੇਨ ਪ੍ਰਪੇਅਰ ਕਰਨ ਚੱਲੇ ਆ, ਦਿਸ ਇਜ਼ ਅਲਕੋਹਲ, ਦਿਸ ਇਜ਼ ਫਾਸਫੋਰਸ ਕਲੋਰਾਈਡ। ਰਿਐਕਸ਼ਨ ਕੀ ਬਣੂਗੀ, ਸਭ ਨੂੰ ਪਤਾ ਹੈ ਕਿ ਹੈਲੋ ਅਲਕੇਨ ਚੱਲ ਰਿਹਾ ਤਾਂ ਹੈਲੋ ਅਲਕੇਨ ਹੀ ਬਣੇਗਾ, ਬਟ ਐਡੀਸ਼ਨ ਰਿਐਕਸ਼ਨ ਕੀ ਆਏਗਾ, POCl3, POCl3 ਇਹਦੇ ਵਿੱਚ ਐਡੀਸ਼ਨ ਜੋ ਹੈ ਰਿਐਕਟੈਂਟ ਰਹੇਗਾ। ਉਸ ਤੋਂ ਬਾਅਦ ਹੈਗਾ ਸਾਡੇ ਕੋਲ ਨੈਕਸਟ ਵੀ ਸਾਡੇ ਕੋਲ ਕੀ ਹੈ, ਅਲਕੋਹਲ ਹੈ, ਉਹਦੇ ਵਿੱਚ ਅਸੀਂ ਕੀ ਐਡ ਕੀਤਾ ਹੈਗਾ, PCl3 ਐਡ ਕੀਤਾ, ਤੇ ਉਹਦੇ ਵਿੱਚ ਵੀ ਸਾਡੇ ਕੋਲ ਕੀ ਬਣ ਕੇ ਆਇਆ ਹੈਗਾ, ਦੈਟ ਇਜ਼ ਹੈਲੋ ਅਲਕੇਨ, ਦੈਟ ਇਜ਼ ਕਲੋਰੋ ਅਲਕੇਨ ਪਲਸ ਫੋਸਫੋਰਸ ਐਸਿਡ। ਓਕੇ, ਐਗਜ਼ਾਮ ਦੇ ਵਿੱਚ ਕੀ ਹੋਏਗਾ, ਹੋ ਸਕਦਾ ਹੈ ਰਿਐਕਸ਼ਨ ਦਿੱਤੀ ਹੋਵੇ, ਤੁਹਾਨੂੰ ਇੱਥੇ ਕੁਐਸਚਨ ਮਾਰਕ ਪਾਇਆ ਹੋਵੇ, ਤਾਂ ਹੈਲੋ ਅਲਕੇਨ ਚੈਪਟਰ ਹੈ ਤਾਂ ਯਾਦ ਰੱਖਣਾ ਹੈਗਾ ਕਿ ਹੈਲੋ ਅਲਕੇਨ ਜਿਹੜਾ ਪ੍ਰਪੇਅਰ ਹੋਊਗਾ ਪਲਸ ਫਾਸਫੋਰਸ ਐਸਿਡ ਜਿਹੜਾ ਹੈ ਬਾਹਰ ਆਏਗਾ। ਇੱਥੇ ਕੁਝ ਮਿਸਿੰਗ ਹੈ, ਤੁਸੀਂ ਇੱਥੇ ਜੋ ਹੈ HCl ਲਿਖ ਲਿਓ, ਠੀਕ ਹੈ ਜੀ, HCl ਐਡੀਸ਼ਨ ਪ੍ਰੋਡਕਟ ਨਾਲ ਆਏਗਾ। ਕਲੋਰੋ ਅਲਕੇਨ ਅਗਰ ਹੋਗੀ ਤਾਂ ਬ੍ਰੋਮੋ ਅਲਕੇਨ ਵੀ ਸੇਮ ਹੈਗੀ ਹੈ, ਇਹਦੇ ਵਿੱਚ ਤੁਸੀਂ ਰਿਐਕਸ਼ਨ ਕਰ ਸਕਦੇ ਹੋ, ਸੇਮ ਜੋ ਹੈ ਫਾਸਫੋਰਸ ਐਸਿਡ ਐਡੀਸ਼ਨ ਦੇ ਵਿੱਚ ਨਾਲ ਪ੍ਰੋਡਕਟ ਆਏਗਾ। ਤੇ ਸਿਮਿਲਰ ਹੈਗਾ ਅਲਕੋਹਲ ਦੇ ਵਿੱਚ ਫਾਸਫੋਰਸ ਬ੍ਰੋਮਾਈਡ ਐਡ ਕਰ ਦਿਓ ਤਾਂ ਬ੍ਰੋਮੋ ਅਲਕੇਨ ਪ੍ਰਪੇਅਰ ਹੋ ਜਾਏਗਾ, ਤੇ ਜੇਕਰ ਤੁਸੀਂ ਫਾਸਫੋਰਸ ਆਇਓਡੀਨ ਐਡ ਕਰ ਦਿਓ ਤਾਂ ਤੁਹਾਡੇ ਕੋਲੇ ਆਈਡੋ ਐਲਕੇਨ ਪ੍ਰਪੇਅਰ ਹੋ ਜਾਏਗਾ। ਇੱਥੇ ਕਹਿੰਦੇ ਜੋ PBr3 ਤੇ ਜੋ PI2 ਅਸੀਂ ਯੂਜ਼ ਕਰ ਰਹੇ ਹਾਂ ਉਹ ਇੰਨੇ ਜ਼ਿਆਦਾ ਰਿਐਕਟਿਵ ਨਹੀਂ, ਇੰਨੇ ਜ਼ਿਆਦਾ ਸਟੇਬਲ ਨਹੀਂ ਹੁੰਦੇ। ਜ਼ਿਆਦਾ ਸਟੇਬਲ ਕੌਣ ਰਹਿੰਦਾ, ਇਹ ਜ਼ਿਆਦਾ ਸਟੇਬਲ ਰਹਿੰਦਾ, ਤੇ ਇਹ ਰਿਐਕਸ਼ਨ ਤੁਹਾਡੇ ਲਈ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ। ਅੱਗੇ ਹੈਗਾ ਸਾਡੇ ਕੋਲ ਸੋ ਇਹ ਸੈਕਿੰਡ ਰਿਐਕਸ਼ਨ ਤਾਂ ਬਹੁਤ ਥੋੜੀ ਸੀ, ਹੁਣ ਆ ਗਈ ਥਰਡ ਰਿਐਕਸ਼ਨ, ਇਹ ਵੀ ਬਹੁਤ ਛੋਟੀ ਰਿਐਕਸ਼ਨ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਵੀ ਅਲਕੋਹਲ ਹੀ ਲੈਣਾ ਤੇ ਪਲਸ ਨਾਲ ਕੀ ਲੈਣਾ, ਥਾਇਓਨਾਈਲ ਕਲੋਰਾਈਡ ਲੈਣਾ, ਬਟ ਇੰਪੋਰਟੈਂਟ ਪਿਰੀਡੀਨ ਦੀ ਪ੍ਰੈਜ਼ੈਂਸ ਦੇ ਵਿੱਚ ਲੈਣਾ। ਤੇ ਇਹਦੇ ਵਿੱਚ ਵੀ ਕੀ ਬਣੇਗਾ, ਸਾਡੇ ਕੋਲੇ ਹੈਲੋ ਅਲਕੇਨ ਬਣੂਗਾ ਤੇ ਐਡੀਸ਼ਨ ਦੇ ਵਿੱਚ ਦੋ ਗੈਸਿਸ ਜਿਹੜੀਆਂ ਨੇ ਰਿਮੂਵ ਹੋਣਗੀਆਂ। ਇਹ ਮੇਨ ਪੁਆਇੰਟ ਕੀ ਹੈ, ਇਹ ਬੈਸਟ ਮੈਥਡ ਹੈ। ਦਿਸ ਇਜ਼ ਬੈਸਟ ਮੈਥਡ ਕਾਹਦੇ ਵਾਸਤੇ, ਹੈਲੋ ਅਲਕੇਨ ਨੂੰ ਪ੍ਰਪੇਅਰ ਕਰਨ ਵਾਸਤੇ। ਰੀਜ਼ਨ, ਕਿਉਂਕਿ ਇੱਥੇ ਜੋ ਹੈ ਪਿਓਰ ਐਲਕਾਈਲ ਹੈਲਾਈਡ ਤਿਆਰ ਹੋ ਕੇ ਆਉਂਦੇ ਨੇ, ਠੀਕ ਹੈ। ਬਾਕੀ ਰਿਐਕਸ਼ਨਸ ਦੇ ਵਿੱਚ ਵੀ ਅਸੀਂ ਕੀਤਾ ਕਿ ਹੈਲੋ ਅਲਕੇਨ ਪ੍ਰਪੇਅਰ ਹੁੰਦਾ, ਬਟ ਪਿਓਰ ਇੱਥੇ ਹੁੰਦਾ, ਇਸ ਕਰਕੇ ਇਹ ਬੈਸਟ ਮੈਥਡ ਹੈ, ਠੀਕ ਹੈ ਜੀ। ਅੱਗੇ ਆ ਜਾਂਦਾ ਸਾਡੇ ਕੋਲ, ਅਗਰ ਅਸੀਂ ਥੋੜਾ ਰੀਕੈਪ ਕਰੀਏ ਇਹਨੂੰ ਤੇ ਦੇਖੀਏ ਤਾਂ ਅਲਕੋਹਲ ਤੋਂ ਅਸੀਂ ਪ੍ਰਪੇਅਰ ਕਰ ਚੁੱਕੇ ਹਾਂ ਹੈਲੋ ਅਲਕੇਨ, ਕੰਪਲੀਟ ਹੋ ਗਈਆਂ ਰਿਐਕਸ਼ਨਸ। ਨੈਕਸਟ ਹੈ ਸਾਡੇ ਕੋਲ ਕਿ ਹਾਈਡਰੋਕਾਰਬਨਸ ਤੋਂ ਕਿਵੇਂ ਹੈਲੋ ਅਲਕੇਨਸ ਨੂੰ ਪ੍ਰਪੇਅਰ ਕੀਤਾ ਜਾ ਸਕਦਾ ਹੈ। ਆ ਦੇਖੋ ਇੱਥੇ ਹੈਗਾ ਹੁਣ ਸਾਡੇ ਕੋਲੇ ਫਰੋਮ ਦਾ ਹਾਈਡਰੋਕਾਰਬਨਸ। ਆ ਦੇਖੋ ਹਾਈਡਰੋਕਾਰਬਨਸ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਹਾਈਡਰੋਕਾਰਬਨਸ ਜਿਹੜੇ ਨੇ ਤੁਸੀਂ +1 ਦੇ ਵਿੱਚ ਕੀਤੇ ਹੋਣਗੇ 11th ਕਲਾਸ ਦੇ ਵਿੱਚ, ਉਹਦੇ ਵਿੱਚ ਕੀ ਹੁੰਦਾ, ਹਾਈਡਰੋਕਾਰਬਨ ਦੇ ਵਿੱਚ ਅਸੀਂ ਅਲਕੇਨਸ, ਅਲਕੀਨਸ ਜਾਂ ਫਿਰ ਅਲਕਾਈਨਸ, ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਪੜ੍ਹਦੇ ਹੁੰਦੇ ਸੀਗੇ। ਤਾਂ ਇੱਥੇ ਜਿਹੜਾ ਮੇਨ ਹੈ, ਤੁਸੀਂ ਹੈਲੋ ਅਲਕੇਨ ਪ੍ਰਪੇਅਰ ਕਰਨਾ ਹੈ ਅਲਕੇਨਸ ਤੋਂ ਤੇ ਐਲਕੀਨਸ ਤੋਂ। ਕਿੱਦਾਂ ਕਰਾਂਗੇ, ਪਹਿਲਾਂ ਸਭ ਤੋਂ ਪਹਿਲਾਂ ਆ ਜਾਂਦਾ ਹੈ ਅਲਕੇਨਸ। ਆ ਦੇਖੋ ਇਹ ਤੁਸੀਂ ਅਲਕੇਨ ਲਿਆ ਤੇ ਇਹਦੇ ਵਿੱਚ ਤੁਸੀਂ ਕੀ ਐਡ ਕਰਨਾ ਹੈਗਾ, ਕਿਹਦੀ ਪ੍ਰੈਜ਼ੈਂਸ ਦੇ ਵਿੱਚ, UV ਲਾਈਟ ਐਂਡ ਕਲੋਰੀਨ ਦੀ ਪ੍ਰੈਜ਼ੈਂਸ ਦੇ ਵਿੱਚ ਐਡ ਕਰਨਾ, ਤਾਂ ਤੁਹਾਡੇ ਕੋਲੇ ਕੀ ਬਣੂਗਾ, ਤੁਹਾਡੇ ਕੋਲੇ ਹੈਲੋ ਅਲਕੇਨ ਮਿਕਸਚਰ ਜਿਹੜਾ ਹੈ ਬਣ ਕੇ ਆਊਗਾ। ਇੱਥੇ ਲਿਖਿਆ ਹੋਇਆ ਕਿ 45% ਬਣੇਗਾ, ਇਹ 55% ਤੁਹਾਡੇ ਕੋਲੇ ਬਣੇਗਾ। ਓਕੇ, ਤਾਂ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਵੀ ਜੋ ਹਾਈਡਰੋਕਾਰਬਨ ਅਸੀਂ ਯੂਜ਼ ਕਰਦੇ ਹਾਂ ਉਹਦੇ ਵਿੱਚ ਮਿਕਸਚਰ ਜਿਹੜਾ ਹੈ ਬਣ ਕੇ ਬਾਹਰ ਆਉਂਦਾ ਹੈ। ਨੈਕਸਟ ਤੁਹਾਡੇ ਕੋਲੇ ਆ ਜਾਂਦਾ ਹੈ ਕਲੋਰੀਨੇਸ਼ਨ। ਦੇਖੋ ਇਹ ਵੀ ਸੇਮ ਹੀ ਰਿਐਕਸ਼ਨ ਹੈਗੀ ਆ, ਇਹਦੇ ਵਿੱਚ ਤੁਸੀਂ ਕੋਈ ਵੀ ਮਿਥੇਨ ਇਜ਼ ਹਾਈਡਰੋਕਾਰਬਨ, ਸਿਮਿਲਰ ਰਿਐਕਸ਼ਨ ਕੀਤੀ ਤਾਂ ਉਹਦੇ ਵਿੱਚੋਂ ਸਾਡੇ ਕੋਲੇ ਹੈਲੋ ਅਲਕੇਨ ਬਣ ਕੇ ਆਇਆ। ਫਿਰ ਅਸੀਂ ਐਡੀਸ਼ਨ ਕੀਤੀ, ਫਿਰ ਫਰਦਰ ਇੱਕ ਜੋ ਹੈ H ਰਿਮੂਵ ਹੋ ਰਿਹਾ, ਉਹਦੀ ਜਗ੍ਹਾ ਤੇ ਇੱਕ Cl ਜਿਹੜਾ ਹੈ ਐਡ ਹੋਈ ਜਾ ਰਿਹਾ। ਕੰਟੀਨਿਊ ਰਿਐਕਸ਼ਨ ਚੱਲਦੀ ਜਾ ਰਹੀ ਹੈ ਤਾਂ ਸਾਡੇ ਕੋਲ ਕੀ ਬਣ ਜਾਂਦਾ ਹੈ, CCl4 ਬਣ ਜਾਂਦਾ ਹੈ। ਸੋ ਇਹ ਸੀਗੀ ਹਾਈਡਰੋਕਾਰਬਨ ਤੁਸੀਂ ਕਿਵੇਂ ਪ੍ਰਪੇਅਰ ਕਰਦੇ ਆ ਕਿਸ ਨੂੰ, ਹੈਲੋ ਅਲਕੇਨ ਨੂੰ। ਨੈਕਸਟ ਹੈਗਾ ਹੈਲੋ ਅਲਕੀਨਸ। ਹੈਲੋ ਅਲਕੀਨਸ ਦੇ ਵਿੱਚ ਕੀ ਹੁੰਦਾ ਹੈ, ਹੈਲੋ ਅਲਕੀਨਸ ਜੋ ਹੋਣਗੇ ਉਹਦੇ ਵਿੱਚ ਅਸੀਂ ਸਿਮਿਲਰ HX ਐਡ ਕਰਾਂਗੇ ਤੇ ਇੱਕ ਐਡ ਕਰਾਂਗੇ X2। ਕਿਹਦੇ ਵਿੱਚ ਐਡ ਕਰਾਂਗੇ, ਐਲਕੀਨਸ ਦੇ ਵਿੱਚ, ਕਿਉਂਕਿ ਅਸੀਂ ਐਲਕੀਨਸ ਤੋਂ ਹੈਲੋ ਅਲਕੀਨਸ ਪ੍ਰਪੇਅਰ ਕਰਨੇ ਨੇ। ਸੋ ਸਭ ਤੋਂ ਪਹਿਲਾਂ ਅਸੀਂ HX ਐਡ ਕਰਨਾ ਹੈਗਾ। ਕੋਈ ਵੀ ਤੁਸੀਂ ਐਲਕੀਨ ਲੈਣੀ ਹੈ ਉਹਦੇ ਵਿੱਚ HX ਐਡ ਕਰਨਾ ਹੈ ਤਾਂ ਹੋਊਗਾ ਕਿ ਇਹ ਜਿਹੜਾ X ਹੋਊਗਾ, ਠੀਕ ਹੈ ਜੀ, ਇਹ ਇੱਕ X ਜਿਹੜਾ ਹੋਊਗਾ ਇਹ ਮਤਲਬ ਜਿਹੜਾ ਇਹ ਡਬਲ ਬੌਂਡਡ ਹੈ ਇਹ ਸਿੰਗਲ ਬੌਂਡ ਦੇ ਵਿੱਚ ਕਨਵਰਟ ਹੋ ਜਾਊਗਾ ਐਂਡ X ਜਿਹੜਾ ਹੈ ਐਲਕੀਨ ਦੇ ਵਿੱਚ ਜਾ ਕੇ ਐਡਜਸਟ ਹੋ ਜਾਊਗਾ। ਜਿਵੇਂ ਨੀਚੇ ਜਿਹੜੀ ਹੈਗੀ ਐਗਜ਼ਾਮਪਲ ਲਿਖੀ ਹੋਈ ਆ ਦੇਖੋ ਇਹ ਐਲਕੀਨ ਹੈ, ਦਿਸ ਇਜ਼ ਇਹਦੇ ਵਿੱਚ ਦੇਖੋ 4 ਕਾਰਬਨ ਐਟਮ ਨੇ, ਅਸੀਂ ਇਹਦੇ ਵਿੱਚ ਐਡ ਕੀਤਾ HBr,
ਓਕੇ। ਤਾਂ ਹੁਣ ਜਿਹੜਾ ਬੀ ਆਰ ਹੈ ਤੇ ਐਚ ਹੈਗਾ, ਐਚ ਬੀ ਆਰ ਤੇ ਬੀ ਆਰ ਜਿਹੜਾ ਹੈ ਇਹ ਲੱਗੂਗਾ ਜਾ ਕੇ ਇਸ ਐਚ ਕੋਲੇ। ਓਕੇ ਜੀ, ਇਹਦੇ ਕੋਲੇ ਇਹ ਜਾ ਕੇ ਲੱਗ ਜੂਗਾ ਬੀ ਆਰ ਜੋ ਹੈ, ਤੇ ਸਾਡੇ ਕੋਲੇ ਕੀ ਪ੍ਰਪੇਅਰ ਹੋ ਜੂਗਾ, ਦੈਟ ਇਜ਼ ਸਾਡੇ ਕੋਲ ਪ੍ਰਪੇਅਰ ਹੋ ਜੂਗਾ ਹੈਲੋ ਅਲਕੇਨ, ਮੀਨਸ 3 ਬ੍ਰੋਮੋ ਬਿਊਟੇਨ ਜਿਹੜਾ ਬਣ ਜਾਣਾ ਹੈ। ਹੁਣ ਇਹ ਐਚ ਬੀ ਆਰ ਜੋ ਹੈ, ਇਹ ਬੀ ਆਰ ਜੋ ਹੈ ਇੱਥੇ ਹੀ ਕਿਉਂ ਲੱਗਿਆ, ਇਹਦੇ ਬਾਰੇ ਪੜ੍ਹਦੇ ਹਾਂ। ਇਹਦੇ ਵਿੱਚ ਤੁਸੀਂ ਰੂਲ ਪੜਿਆ ਹੋਊਗਾ, ਦੈਟ ਇਜ਼ ਮਾਰਕੋਨਿਵਸ ਰੂਲ। ਮਾਰਕੋਨਿਵਸ ਰੂਲ ਕੀ ਕਹਿੰਦਾ ਹੈ, ਬਸ ਤੁਸੀਂ ਇਹ ਯਾਦ ਰੱਖਣਾ ਹੈ ਕਿ ਮਾਰਕੋਨਿਵਸ ਰੂਲ ਜੋ ਹੈ ਐਚ ਬੀ ਆਰ ਦੇ ਕੇਸ, ਐਸ ਸੀ ਐਲ ਇਹਨਾਂ ਦੇ ਕੇਸ ਦੇ ਵਿੱਚ ਅਸੀਂ ਅਪਲਾਈ ਕਰਦੇ ਹਾਂ। ਇਹਦੇ ਵਿੱਚ ਕੀ ਹੁੰਦਾ ਹੈ, ਦੇਖੋ ਐਚ ਬੀ ਆਰ ਜੋ ਹੈ ਇਹਦੇ ਵਿੱਚ ਦੋ ਪਾਰਟਸ ਹੁੰਦੇ ਨੇ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਤੁਸੀਂ ਦੇਖ ਰਹੇ ਹੋ ਕਿ ਐਚ ਪੋਜ਼ਿਟਿਵ ਹੈ, ਬੀ ਆਰ ਕੀ ਹੈ, ਨੈਗੇਟਿਵ ਹੈ। ਤਾਂ ਮਾਰਕੋਨਿਵਸ ਰੂਲ ਇਹੀ ਕਹਿੰਦਾ ਕਿ ਜੋ ਨੈਗੇਟਿਵ ਪਾਰਟ ਹੈ ਨਾ ਟੈਕਿੰਗ ਰੀਏਜੈਂਟ ਦਾ, ਉਹ ਕਿਹਦੇ ਨਾਲ ਜਾ ਕੇ ਲੱਗੂਗਾ, ਉਸ ਕਾਰਬਨ ਕੋਲੇ ਜਾ ਕੇ ਲੱਗੂਗਾ ਜਿਹਦੇ ਕੋਲੇ ਘੱਟ ਹਾਈਡਰੋਜਨ ਐਟਮ ਨੇ। ਠੀਕ ਹੈ ਜੀ, ਹੁਣ ਤੁਸੀਂ ਦੇਖ ਲਓ ਕਿਹਦੇ ਕੋਲੇ ਹਾਈਡਰੋਜਨ ਘੱਟ ਨੇ, ਆ ਡਬਲ ਬੌਂਡ ਹੈ। ਓਕੇ ਜੀ, ਇਸ ਦੇ ਕੋਲ ਤਾਂ ਵੱਧ ਹਾਈਡਰੋਜਨ ਨੇ, ਇਹਦੇ ਕੋਲੇ ਘੱਟ ਹਾਈਡਰੋਜਨ ਨੇ। ਮਾਰਕੋਨਿਵ ਇਹ ਕਹਿੰਦਾ ਵੀ ਜਦੋਂ ਵੀ ਤੁਸੀਂ ਐਚ ਬੀ ਆਰ ਐਡ ਕਰਨਾ ਤਾਂ ਉਹ ਬੀ ਆਰ ਉਹਦੇ ਨਾਲ ਜਾ ਕੇ ਲੱਗੂਗਾ ਜਿਹਦੇ ਕੋਲੇ ਹਾਈਡਰੋਜਨ ਕੀ ਨੇਗੇ, ਘੱਟ ਨੇ। ਸੋ ਤੁਸੀਂ ਦੇਖ ਲਓ ਬਣੂਗਾ ਤਾਂ ਮਿਕਸਚਰ ਹੀ, ਬਟ ਹੋਏਗਾ ਕਿ ਸਭ ਤੋਂ ਜ਼ਿਆਦਾ ਇਹ ਬਣੂਗਾ 90%, ਇਹ 90% ਬਣੂਗਾ, ਇਹ 10% ਬਣੂਗਾ। ਓਕੇ, ਸੋ ਮਾਰਕੋਨਿਵਸ ਰੂਲ ਅਸੀਂ ਲਗਾਇਆ ਸੀਗਾ। ਅਗਰ ਤੁਸੀਂ ਐਚ ਬੀ ਆਰ ਦੀ ਜਗ੍ਹਾ 'ਤੇ ਪਰਆਕਸਾਈਡ ਯੂਜ਼ ਕਰਦੇ ਹੋ, ਅਤੇ ਪਰਆਕਸਾਈਡ ਯੂਜ਼ ਕਰਨ ਦੇ ਨਾਲ ਸਾਡੇ ਕੋਲ ਮਾਰਕੋਨਿਵ ਰੂਲ ਨਹੀਂ ਹੈ, ਫਿਰ ਆਉਂਦਾ ਐਂਟੀ ਮਾਰਕੋਨਿਵਸ ਰੂਲ। ਐਂਟੀ ਮਾਰਕੋਨਿਵ ਰੂਲ ਫਿਰ ਤੁਸੀਂ ਯੂਜ਼ ਕਰੋਗੇ, ਇਹ ਉਲਟ ਹੁੰਦਾ ਹੈ। ਓਕੇ ਜੀ, ਆ ਦੇਖੋ ਇਸ ਰਿਐਕਸ਼ਨ ਦੇ ਵਿੱਚ ਦੇਖੋ ਤੁਸੀਂ ਕੀ ਹੋ ਰਿਹਾ, ਇਹਦੇ ਵਿੱਚ ਕੀ ਹੈ, ਪ੍ਰੋਪੀਨ ਹੈ, ਐਚ ਬੀ ਆਰ ਹੈ, ਬਟ ਪਰਆਕਸਾਈਡ ਜਿਹੜਾ ਹੈ ਉਹਦੀ ਪ੍ਰੈਜ਼ੈਂਸ ਦੇ ਵਿੱਚ ਹੋ ਰਿਹਾ ਹੈ। ਉੱਪਰ ਵਾਲੀ ਰਿਐਕਸ਼ਨ 'ਚ ਕੋਈ ਪਰਆਕਸਾਈਡ ਨਹੀਂ ਸੀ, ਇਹਦੇ ਵਿੱਚ ਪਰਆਕਸਾਈਡ ਹੈ। ਤਾਂ ਜੋ ਐਚ ਬੀ ਆਰ ਹੈ ਉਹ ਕਿਹਦੇ ਨਾਲ ਜਾ ਕੇ ਲੱਗੂਗਾ, ਉਸ ਦੇ ਨਾਲ ਲੱਗੂਗਾ ਜਾ ਕੇ ਜਿਹਦੇ ਕੋਲੇ ਹਾਈਡਰੋਜਨ ਕੀ ਨੇ, ਜ਼ਿਆਦਾ ਨੇ। ਤਾਂ ਉਹਦੇ ਨਾਲ ਜਾ ਕੇ ਲੱਗ ਜੂਗਾ ਤੇ ਸਾਡੇ ਕੋਲ ਕੀ ਪ੍ਰਪੇਅਰ ਹੋ ਜੂਗਾ, ਹੈਲੋ ਅਲਕੇਨ ਪ੍ਰਪੇਅਰ ਹੋ ਜੂਗਾ। ਇਹ ਦੋਨੋਂ ਕੇਸ ਦਿਖਾਏ ਗਏ ਨੇ। ਦੇਖੋ ਅਗਰ ਤੁਸੀਂ ਉੱਪਰ ਵਾਲਾ ਪ੍ਰੋਸੈਸ ਹੈ ਜਿਹੜਾ ਨਹੀਂ ਕਰਨਾ, ਇਹ ਕਰ ਸਕਦੇ ਹੋ। ਦੇਖੋ ਇਹ ਮੈंने ਇੱਕ ਐਗਜ਼ਾਮਪਲ ਲਈ ਆ, ਸਪੋਜ਼ ਇਹ ਕਿਹਦੀ ਐਗਜ਼ਾਮਪਲ ਹੈ, ਦੈਟ ਇਜ਼ ਪ੍ਰੋਪੀਨ। ਪ੍ਰੋਪੀਨ ਦੇ ਵਿੱਚ ਮੈंने ਕੀ ਕੀਤਾ, ਇੱਧਰ ਮਾਰਕੋਨਿਫ ਰੂਲ ਲਾਇਆ, ਇੱਧਰ ਐਂਟੀ ਮਾਰਕੋਨਿਫ ਰੂਲ ਲਾਇਆ। ਓਕੇ, ਐਚ ਬੀ ਆਰ ਐਡ ਕੀਤਾ, ਇੱਧਰ ਵੀ ਐਚ ਬੀ ਆਰ ਐਡ ਕੀਤਾ, ਇੱਧਰ ਵੀ ਐਚ ਬੀ ਆਰ ਐਡ ਕੀਤਾ। ਮਾਰਕੋਨਿਫ ਦੇ ਵਿੱਚ ਬੀ ਆਰ ਉਹਦੇ ਨਾਲ ਲੱਗੂ ਜਾ ਕੇ ਜਿਹਦੇ ਕੋਲੇ ਹਾਈਡਰੋਜਨ ਐਟਮ ਘੱਟ ਨੇ, ਬਟ ਇੱਧਰ ਕੀ ਹੋਏਗਾ, ਉਹਦੇ ਨਾਲ ਲੱਗੇਗਾ ਜਿਹਦੇ ਕੋਲੇ ਹਾਈਡਰੋਜਨ ਵੱਧ ਨੇ। ਸੋ ਦੋਨੋਂ ਰਿਐਕਸ਼ਨਸ ਜਿਹੜੀਆਂ ਨੇ ਇਹਦੇ ਵਿੱਚ ਮੈंने ਇੱਕ ਜਗ੍ਹਾ 'ਤੇ ਲਿਖ ਦਿੱਤੀਆਂ ਨੇ। ਅੱਗੇ ਨੋਟ ਕੀ ਹੈ ਕਿ ਐਂਟੀ ਮਾਰਕੋਨਿਵ ਰੂਲ ਜਿਹੜਾ ਹੁੰਦਾ ਹੈ ਅਪਲਾਈਜ਼ ਟੂ ਦਾ ਐਡੀਸ਼ਨ ਆਫ ਐਚ ਬੀ ਆਰ ਓਨਲੀ। ਐਚ ਬੀ ਆਰ ਓਨਲੀ ਜੋ ਹੈ ਮੀਨਸ ਐਚ ਬੀ ਆਰ ਦੇ ਕੇਸ ਦੇ ਵਿੱਚ ਤੁਸੀਂ ਐਂਟੀ ਮਾਰਕੋਨਿਵ ਰੂਲ ਲਗਾਉਣਾ ਹੈ, ਐਚ ਆਈ ਜਾਂ ਐਚ ਸੀ ਐਲ ਕੇਸ ਦੇ ਵਿੱਚ ਇਹ ਨਹੀਂ ਲੱਗਦਾ। ਅੱਗੇ ਹੈਗਾ ਸਾਡੇ ਕੋਲ ਐਲਕੀਨਸ ਦੇ ਵਿੱਚ, ਹੁਣ ਅਸੀਂ ਕੀ ਐਡ ਕਰ ਰਹੇ ਸੀਗੇ, ਐਚ ਐਕਸ ਐਡ ਕਰ ਰਹੇ ਸੀ ਤੇ ਹੈਲੋ ਅਲਕੇਨ ਪ੍ਰਪੇਅਰ ਕਰ ਰਹੇ ਸੀਗੇ। ਬਟ ਹੁਣ ਕੀ ਕਰਨਾ, ਐਲਕੀਨ ਦੇ ਕੇਸ ਦੇ ਵਿੱਚ ਤੁਸੀਂ X2 ਐਡ ਕਰਨਾ, X2 ਐਡ ਕਰਨਾ ਤੇ CCl4 ਦੀ ਪ੍ਰੈਜ਼ੈਂਸ ਦੇ ਵਿੱਚ ਤੁਹਾਡੇ ਕੋਲੇ ਹੈਲੋ ਅਲਕੇਨ ਜਿਹੜਾ ਹੈ ਬਣ ਕੇ ਆਊਗਾ। ਰਿਐਕਸ਼ਨ ਦੇਖ ਲਓ, ਇਹਦੇ ਵਿੱਚ ਕੀ ਹੈ, ਸਪੋਜ਼ ਇਹ ਤੁਹਾਡੇ ਕੋਲੇ ਇਥੀਨ ਹੈ, ਇਹਦੇ ਵਿੱਚ ਤੁਸੀਂ Br2 ਐਡ ਕੀਤਾ CCl4 ਦੀ ਪ੍ਰੈਜ਼ੈਂਸ ਦੇ ਵਿੱਚ, ਤਾਂ Br ਜੋ ਹੈ, ਇੱਕ Br ਜਿਹੜਾ ਹੈ ਇਸ ਦੇ ਨਾਲ ਲੱਗ ਜੂਗਾ, ਇੱਕ Br ਜਿਹੜਾ ਹੈ ਇਸ ਦੇ ਨਾਲ ਲੱਗ ਜੂਗਾ, ਡਬਲ ਬੌਂਡ ਕਾਹਦੇ 'ਚ ਹੋ ਜੂਗਾ, ਕਨਵਰਟ ਸਿੰਗਲ 'ਚ। ਓਬਵੀਅਸਲੀ ਜੋ ਹੈਲੋ ਅਲਕੇਨ ਅਸੀਂ ਪ੍ਰਪੇਅਰ ਕਰ ਰਹੇ ਹਾਂ ਉਹ ਸਿੰਗਲ ਬੌਂਡਡ ਨੇ। ਓਕੇ, ਦੈਟ ਇਜ਼ ਤਾਂ ਸਾਡੇ ਕੋਲ ਕੀ ਬਣ ਕੇ ਆ ਜੂ 1,2 ਡਾਈਬ੍ਰੋਮੋਈਥੇਨ ਐਂਡ ਇਹ ਕਲਰਲੈਸ ਹੋਏਗਾ। ਨੈਕਸਟ ਆ ਗਿਆ ਸਾਡੇ ਕੋਲੇ ਬਾਈ ਹੈਲੋਜਨ ਐਕਸਚੇਂਜ। ਸੋ ਅਸੀਂ ਹੈਲੋ ਅਲਕੇਨ ਦੀਆਂ ਪ੍ਰੋਪਰਟੀਜ਼ ਪੜ੍ਹ ਰਹੇ ਸੀਗੇ। ਫਸਟ ਅਸੀਂ ਪੜ੍ਹ ਲਈ ਹੈ ਕਿ ਐਲਕੋਹਲਸ ਤੋਂ ਵੀ ਪ੍ਰਪੇਅਰ ਕੀਤੇ ਜਾਂਦੇ ਨੇ ਕੌਣ, ਹੈਲੋ ਅਲਕੇਨਸ। ਸੈਕਿੰਡ ਅਸੀਂ ਪੜ੍ਹਿਆ ਕਿ ਕਿੱਥੋਂ ਪ੍ਰਪੇਅਰ ਕੀਤੇ ਜਾਂਦੇ ਨੇਗੇ, ਹਾਈਡਰੋਕਾਰਬਨਸ ਤੋਂ, ਹਾਈਡਰੋਕਾਰਬਨਸ ਤੋਂ। ਇਹਦੇ ਵਿੱਚ ਅਸੀਂ ਕੀ ਪੜ੍ਹਿਆ, ਅਲਕੇਨਸ ਤੇ ਅਲਕੀਨਸ ਤੋਂ ਪ੍ਰਪੇਅਰ ਕੀਤੇ ਜਾਂਦੇ ਨੇ। ਐਲਕੋਹਲ ਦੇ ਵਿੱਚ ਵੀ ਅਸੀਂ 4 ਪਾਰਟਸ ਜਿਹੜੇ ਸੀ ਉਹ ਪੜ੍ਹੇ ਸੀਗੇ। ਹੁਣ ਅਸੀਂ ਪੜ੍ਹਦੇ ਹਾਂ ਥਰਡ ਪਾਰਟ। ਥਰਡ ਪਾਰਟ ਕੀ ਹੈ, ਹੈਲੋਜਨ ਐਕਸਚੇਂਜ। ਹੈਲੋਜਨ ਐਕਸਚੇਂਜ ਕਿਵੇਂ ਕਰੀਏ ਕਿ ਸਾਡੇ ਕੋਲ ਕੀ ਬਣ ਕੇ ਆਵੇ, ਹੈਲੋ ਅਲਕੇਨ ਬਣ ਕੇ ਆਵੇ। ਆ ਸੀ RX, ਇਹਦੇ ਵਿੱਚ ਅਸੀਂ ਐਡ ਕੀਤਾ ਹੈਗਾ NaI, ਐਸੀਟੋਨ ਦੀ ਪ੍ਰੈਜ਼ੈਂਸ ਦੇ ਵਿੱਚ ਹੀਟ ਕੀਤਾ, ਤਾਂ ਜਿਹੜਾ Na ਹੈ ਤੇ ਇਹ X ਹੈ ਇਹ ਦੋਨੋਂ ਇਕੱਠੇ ਹੋ ਕੇ ਰਿਮੂਵ ਹੋਣਗੇ ਤੇ ਸਾਡੇ ਕੋਲੇ ਹੈਲੋ ਅਲਕੇਨ ਜਿਹੜਾ ਹੈ ਤਿਆਰ ਹੋ ਜਾਏਗਾ। ਐਗਜ਼ਾਮਪਲ ਦੇ ਤੌਰ ਤੇ ਦੇਖੋ, ਇਹ ਬਹੁਤ ਇੰਪੋਰਟੈਂਟ ਰਿਐਕਸ਼ਨ ਹੈ, ਬਹੁਤ ਇੰਪੋਰਟੈਂਟ ਰਿਐਕਸ਼ਨ ਹੈ, ਆ ਸਕਦੀ ਹੈ ਐਗਜ਼ਾਮ ਦੇ ਵਿੱਚ। ਦੈਟ ਇਜ਼ CH3CH2Br plus NaI। Na ਦੇ ਨਾਲ ਕੀ ਰਿਐਕਟ ਹੋ ਜਾਏਗਾ, NaBr,
ਤੇ ਉਹਦੇ ਬਾਅਦ ਬਣੂਗਾ ਕੀ, दैट इज हैलो अल्केन ਤੇ NaBr ਜਿਹੜਾ ਹੈ ਉਹ ਕੀ ਹੋ ਜਾਏਗਾ, ਰਿਮੂਵ ਹੋ ਜਾਏਗਾ। ਠੀਕ ਹੈ, ਨੈਕਸਟ ਜੋ ਹੈ ਸਾਡੇ ਕੋਲ ਇਸ ਦੇ ਵਿੱਚ ਹੁੰਦਾ ਕੀ ਹੈ, ਅਸੀਂ ਕੋਈ ਵੀ ਮੀਨਸ ਸਾਡੇ ਕੋਲ ਕੀ ਹੈ, ਦਿਸ ਇਜ਼ ਵਾਟ CH3CH2Br ਐਂਡ ਇਹ ਸਾਡੇ ਕੋਲ ਆਲਰੇਡੀ ਹੈਲੋ ਅਲਕੇਨ ਹੈ, ਇਹ NaI ਹੈਗਾ, ਦੈਟ ਇਜ਼ ਦੇਖੋ ਐਕਸਚੇਂਜ ਕਰਨਾ ਹੈ ਨਾ, ਤਾਂ ਸਾਡੇ ਕੋਲ Br ਹੈ ਤੇ I ਹੈ, ਇਹਨਾਂ ਨੂੰ ਐਕਸਚੇਂਜ ਕਰ ਦਿਓ, ਐਕਸਚੇਂਜ ਹੋ ਕੇ ਸਾਡੇ ਕੋਲ ਕੀ ਬਣੂਗਾ, ਹੈਲੋ ਅਲਕੇਨ ਬਣ ਜਾਊਗਾ। ਸੋ ਇਹ ਗੱਲ ਯਾਦ ਰੱਖਣੀ ਹੈਗੀ, ਇਸ ਰਿਐਕਸ਼ਨ ਦਾ ਨਾਮ ਹੈ ਫਿੰਕਲਸਟੀਨ ਰਿਐਕਸ਼ਨ। ਇਸ ਰਿਐਕਸ਼ਨ ਨੂੰ ਫਿੰਕਲਸਟੀਨ ਰਿਐਕਸ਼ਨ ਕਿਹਾ ਜਾਂਦਾ। ਐਗਜ਼ਾਮ 'ਚ ਇਹ ਵੀ ਆ ਸਕਦਾ ਕਿ ਜੋ ਫਿੰਕਲਸਟੀਨ ਰਿਐਕਸ਼ਨ ਉਹਦੇ ਵਿੱਚ ਕਿਹੜਾ ਰੀਏਜੈਂਟ ਯੂਜ਼ ਕੀਤਾ ਜਾਂਦਾ ਹੈ, ਤਾਂ ਸੋਡੀਅਮ ਆਇਓਡਾਈਡ ਜਿਹੜਾ ਹੈ ਯੂਜ਼ ਕੀਤਾ ਜਾਂਦਾ ਹੈਗਾ। ਠੀਕ ਹੈ ਜੀ, ਓਕੇ, ਦਿਸ ਇਜ਼ ਫਿੰਕਲਸਟੀਨ ਰਿਐਕਸ਼ਨ। ਨੈਕਸਟ ਹੈਗਾ ਸਾਡੇ ਕੋਲ ਦੈਟ ਇਜ਼ ਸਵਾਰਟਸ ਰਿਐਕਸ਼ਨ। ਬਸ ਰਿਐਕਸ਼ਨ ਦੇਖੋ ਜਮਾ ਸੇਮ ਹੈ, ਰੀਏਜੈਂਟ ਦਾ ਫਰਕ ਹੈ। ਰੀਏਜੈਂਟ ਇਹਦੇ ਵਿੱਚ ਰੀਏਜੈਂਟ ਜਿਹੜਾ ਹੈਗਾ ਇਹਦੇ ਵਿੱਚ ਕੀ ਹੈ, ਮਰਕਿਊਰੀਅਸ ਫਲੋਰਾਈਡ, ਤਾਂ ਮੇਨ ਰੀਏਜੈਂਟ ਦਾ ਫਰਕ ਹੈ ਤੇ ਬਾਕੀ ਰਿਐਕਸ਼ਨ ਬਿਲਕੁਲ ਸੇਮ ਆ, ਉੱਪਰ ਵਾਲੇ ਵਾਂਗੂ ਹੀ ਆ। ਦੈਟ ਇਜ਼ ਇਸ ਰਿਐਕਸ਼ਨ ਨੂੰ ਕਿਹਾ ਜਾਂਦਾ ਹੈ ਸਵਾਰਟਸ ਰਿਐਕਸ਼ਨ। ਓਕੇ, ਸਵਾਰਟਸ ਰਿਐਕਸ਼ਨ ਦੇ ਵਿੱਚ ਤੁਸੀਂ ਯਾਦ ਰੱਖਣਾ ਹੈਗਾ ਕਿ ਰੀਏਜੈਂਟ ਜਿਹੜਾ ਹੈਗਾ ਉਹ ਕੀ ਹੁੰਦਾ। ਓਕੇ, ਨੈਕਸਟ ਹੈ ਸਾਡੇ ਕੋਲ ਫੋਰਥ ਪਾਰਟ। ਅਸੀਂ ਫਸਟ ਪਾਰਟ ਪੜ੍ਹਿਆ ਅਲਕੋਹਲਸ ਤੋਂ, ਸੈਕਿੰਡ ਪਾਰਟ ਪੜ੍ਹਿਆ ਹਾਈਡਰੋਕਾਰਬਨਸ ਤੋਂ, ਥਰਡ ਪਾਰਟ ਅਸੀਂ ਪੜ੍ਹਿਆ ਹੈਗਾ दैट इज किस तो प्रिपेयर किया सी थर्ड पार्ट। ओके, थर्ड पार्ट कहाँ से प्रिपेयर किया हमने, दैट इज हेलोजन एक्सचेंज। ओके, नेक्स्ट ਮੈਥਡ ਆਫ ਪ੍ਰੈਪਰੇਸ਼ਨ ਆਫ ਹੈਲੋਰੀਨਸ ਦੇ ਵਿੱਚ ਕੀ ਹੁੰਦਾ, ਦੈਟ ਇਜ਼ ਡਾਇਰੈਕਟ ਹੈਲੋਜੀਨੇਸ਼ਨ ਆਫ ਐਰੋਮੈਟਿਕ ਰਿੰਗ ਔਰ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਆਫ ਐਰੀਨਸ ਔਰ ਫਰੋਮ ਡਾਇਜ਼ੋਨੀਅਮ ਸਾਲਸ। ਦੇਖੋ ਹੈਲੋਰੀਨਸ ਜੋ ਨੇ ਉਹ ਦੋ ਤਰੀਕੇ ਨਾਲ ਪ੍ਰਪੇਅਰ ਕੀਤੇ ਜਾਂਦੇ ਨੇ। ਇਹਦੇ ਵਿੱਚ ਜਿੱਦਾਂ ਅਸੀਂ ਹੈਲੋਅਲਕੇਨਸ ਪ੍ਰਪੇਅਰ ਕੀਤੇ ਨੇ ਉਹਦੇ ਵਿੱਚ ਤਾਂ 4 ਰਿਐਕਸ਼ਨ ਸੀ ਨਾ, ਇਹਦੇ 4 ਮੀਨਸ 4 ਤੋਂ ਅਸੀਂ ਪ੍ਰਪੇਅਰ ਕੀਤਾ ਸੀਗਾ, ਇਹਦੇ ਵਿੱਚ ਜਸਟ 2 ਹੀ ਨੇ, ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਕਰਨਾ ਤੇ ਫਰੋਮ ਡਾਇਜ਼ੋਨੀਅਮ ਸਾਲਟਸ। ਪਹਿਲਾ ਹੈਗਾ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਆਫ ਰੀਨਸ, ਜੋ ਕਿ ਬਹੁਤ ਈਜ਼ੀ ਰਿਐਕਸ਼ਨ ਹੈ। ਜਸਟ ਤੁਸੀਂ ਬੈਂਜ਼ੀਨ ਲੈਣੀ ਆ ਤੇ ਉਹਦੇ ਵਿੱਚ ਕੀ ਐਡ ਕਰਨਾ ਹੈ, X2 ਐਡ ਕਰਨਾ ਹੈ ਤੇ ਇੱਕ ਹੈਲੋਜਨ ਕੈਰੀਅਰ ਵੀ ਐਡ ਕਰਨਾ ਹੈ, ਦੈਟ ਇਜ਼ ਦਿਸ ਬੈਂਜ਼ੀਨ ਰਿੰਗ ਦੇ ਉੱਤੇ ਕੀ ਆ ਜਾਊਗਾ, ਉਹ ਹੈਲੋਜਨ ਆ ਜਾਊਗਾ ਤੇ ਇੱਥੋਂ ਜਿਹੜਾ HX ਹੈਗਾ ਉਹ ਰਿਮੂਵ ਹੋ ਜਾਏਗਾ। ਓਕੇ ਜੀ, ਹੈਲੋਜਨ ਕੈਰੀਅਰ ਕਿਹੜੇ ਕਿਹੜੇ ਹੋ ਸਕਦੇ ਨੇ, ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਹੈਲੋਜਨ ਕੈਰੀਅਰ ਜਿਹੜਾ ਲੈ ਸਕਦੇ ਹੋ। ਠੀਕ ਹੈ ਜੀ, ਇਹ ਰਿਐਕਸ਼ਨ ਤੁਸੀਂ ਇੱਕ ਜਨਰਲ ਰਿਐਕਸ਼ਨ ਸੀ ਉੱਪਰ, ਜਿਹੜੀ ਇਹ ਰਿਐਕਸ਼ਨ ਹੈ ਦੇਖੋ ਇੱਥੇ ਅਸੀਂ ਕਲੋਰੋ ਜਿਹੜੀ ਹੈਗੀ ਹੈ ਐਰੀਨ ਪ੍ਰਪੇਅਰ ਕਰ ਰਹੇ ਹਾਂ, ਬੈਂਜ਼ੀਨ ਪਲੱਸ Cl2 ਦੈਟ ਇਜ਼ FeCl3, ਇੱਥੇ ਸਾਡੇ ਕੋਲ ਕਲੋਰੋ ਬੈਂਜ਼ੀਨ ਜੋ ਹੈ ਪ੍ਰਪੇਅਰ ਹੋ ਗਿਆ, ਮੀਨਸ ਹੈਲੋਰੀਨ ਜਿਹੜਾ ਹੈ ਉਹ ਪ੍ਰਪੇਅਰ ਹੋ ਚੁੱਕਿਆ। ਮੈਕਾਨਿਜ਼ਮ ਤੋਂ ਤੁਸੀਂ ਰਹਿਣ ਦਿਓ, ਇਹਦੇ ਵਿੱਚ ਨਹੀਂ ਹੈਗਾ ਇਨਵੋਲਵਡ। ਤਾਂ ਇਹਦੇ ਵਿੱਚ ਹੈਗਾ ਸਾਡੇ ਕੋਲ ਹੈਲੋਜਨਸ ਆਰ ਔਰਥੋ ਪੈਰਾ ਡਾਇਰੈਕਟਿੰਗ ਗਰੁੱਪਸ। ਮੰਨ ਲਓ ਅਗਰ ਅਸੀਂ ਇੱਕ ਹੋਰ ਰਿਐਕਸ਼ਨ ਕਰ ਰਹੇ ਹਾਂ, ਕਲੋਰੋਬੈਂਜ਼ੀਨ ਲੈ ਲਈ ਅਸੀਂ, ਠੀਕ ਹੈ ਜੀ, ਤੁਸੀਂ ਐਕਸੈਸ ਦੇ ਵਿੱਚ ਹੋਰ ਉਹ 'ਚ ਕਲੋਰੀਨ ਐਡ ਕਰਨੀ ਆ ਤੇ ਰੀਏਜੈਂਟ ਮੀਨਸ ਹੈਲੋਜਨ ਕੈਰੀਅਰ ਤੁਸੀਂ ਲੈ ਰਹੇ ਹੋ, ਤਾਂ ਇਹਨਾਂ ਨੇ ਕਿਹਾ ਕਿ ਇੱਕ ਤਾਂ ਔਰਥੋ ਤੇ ਲੱਗੂਗਾ ਜਿਹੜਾ ਕਲੋਰੀਨ ਲੱਗੂਗਾ, ਇੱਕ ਪੈਰਾ ਤੇ। ਮੀਨਸ ਇਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਕਿ ਜੋ ਹੈਲੋਜਨਸ ਹੁੰਦੇ ਨੇ ਉਹ ਔਰਥੋ ਪੈਰਾ ਡਾਇਰੈਕਟਿੰਗ ਗਰੁੱਪਸ ਹੁੰਦੇ ਨੇ। ਸੋ ਇਹ ਰਿਐਕਸ਼ਨ ਤੁਸੀਂ ਕਰ ਸਕਦੇ ਹੋ। ਨੈਕਸਟ ਹੈਗਾ ਸਾਡੇ ਕੋਲ ਪ੍ਰੈਪਰੇਸ਼ਨ ਆਫ ਐਰ ਐਲਕਾਈਲਿਸ। ਇਹਦੇ ਵਿੱਚੋਂ ਲਾਸਟ ਈਅਰ ਕੁਐਸਚਨ ਆਇਆ ਹੋਇਆ ਸੀਗਾ ਤੇ ਇਹ ਮੈਂ ਓਬਜ਼ਰਵ ਕੀਤਾ ਸੀ, ਐਨਾਲਿਸਿਸ ਕੀਤਾ ਸੀ, ਤਾਂ ਇਹਦੇ ਵਿੱਚੋਂ ਰਿਐਕਸ਼ਨ ਜਿਹੜੀ ਹੈ ਆਈ ਹੋਈ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ, ਲਾਸਟ 'ਤੇ ਆਪਾਂ ਕੁਐਸਚਨ ਵੀ ਡਿਸਕਸ ਕਰਾਂਗੇ। ਤੇ ਇਹਦੇ ਵਿੱਚ ਕੀ ਹੁੰਦਾ ਦੇਖੋ, ਜਿੱਦਾਂ ਟੋਲੂਇਨ ਹੈ, ਟੋਲੂਇਨ ਤੋਂ ਨੇ ਲਈ ਹੈ, ਇਹਦੇ ਵਿੱਚ Cl2 ਐਡ ਕੀਤਾ ਤੇ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕੀਤਾ। ਹੋਇਆ ਕਿ ਇੱਕ ਹਾਈਡਰੋਜਨ ਇੱਥੋਂ ਰਿਮੂਵ ਹੋ ਜਾਏਗਾ ਤੇ ਇੱਕ ਜਿਹੜਾ Cl ਹੈ ਉਹ ਇਹਦੀ ਪੋਜੀਸ਼ਨ ਲੈ ਲੂਗਾ ਜਾ ਕੇ, ਜਿੱਦਾਂ ਤੁਸੀਂ ਦੇਖ ਹੀ ਰਹੇ ਹੋ। ਠੀਕ ਹੈ ਜੀ, HCl ਰਿਮੂਵ ਹੋਏਗਾ, ਇਹਦੇ ਵਿੱਚ ਪ੍ਰੋਡਕਟ ਕੀ ਬਣੇਗਾ, ਦਿਸ ਇਜ਼ ਪ੍ਰੋਡਕਟ ਇਜ਼ ਕਲੋਰੋ ਫਿਨਾਈਲ ਮਿਥੇਨ, ਦਿਸ ਇਜ਼ CH2Cl। ਇਹਦੇ ਵਿੱਚੋਂ ਜਿਹੜਾ ਹੈ ਕੁਐਸਚਨ ਬਣਿਆ ਹੋਇਆ। ਨੈਕਸਟ ਵੀ ਤੁਸੀਂ ਇੱਦਾਂ ਹੀ ਐਗਜ਼ਾਮਪਲ ਕਰ ਸਕਦੇ ਹੋ, ਐਕਸੈਸ ਦੇ ਵਿੱਚ ਲੈ ਲਓ। ਐਕਸੈਸ ਦੇ ਵਿੱਚ ਲਓਗੇ ਤਾਂ ਪਹਿਲਾਂ ਇੱਕ H ਹਟੂਗਾ, Cl ਲੱਗ ਜੂ ਉਹਦੀ ਜਗ੍ਹਾ ਤੇ, ਫਿਰ ਤੁਸੀਂ ਰਿਐਕਟ ਕਰਵਾਇਆ ਐਕਸੈਸ ਦੇ ਵਿੱਚ ਲੈ ਕੇ, ਫਿਰ ਦਿਸ, ਤਾਂ ਮੀਨਸ ਪ੍ਰੋਡਕਟ ਕੀ ਬਣ ਜੂਗਾ ਸਾਡੇ ਕੋਲ, ਟਰਾਈਕਲੋਰੋ ਫਿਨਾਈਲ ਮਿਥੇਨ, ਟਰਾਈਕਲੋਰੋ ਫਿਨਾਈਲ ਮਿਥੇਨ। ਇਸ ਨੂੰ ਅਸੀਂ ਇੱਕ ਮਿੰਟ
ਇਸ ਨੂੰ ਅਸੀਂ 1 ਕਲੋਰੋ ਜੋ ਹੈ ਇੱਥੇ ਨਾਮ ਦੇ ਸਕਦੇ ਆ ਦਾ 1 ਕਲੋਰੋ, ਬਿਕੋਜ਼ ਇਹ 1 ਪੋਜੀਸ਼ਨ ਤੇ ਹੈ ਜੋ ਉੱਥੇ ਲੱਗੀ ਹੋਈ ਹੈ। ਨੈਕਸਟ ਹੈਗਾ ਇਫ ਸਾਈਡ ਚੇਨ ਇਜ਼ ਲਾਰਜਰ ਦੈਨ ਦਾ ਮਿਥਾਈਲ ਗਰੁੱਪ ਦ ਸਾਈਡ ਚੇਨ ਹੈਲੋਜੀਨੇਸ਼ਨ ਅਕਰਸ ਐਟ ਕਾਰਬਨ ਨੈਕਸਟ ਟੂ ਦਾ ਬੈਂਜ਼ੀਨ ਰਿੰਗ। ਜਿੱਦਾਂ ਆ ਦੇਖੋ, ਅਗਰ ਐਵੇਂ ਦੀ ਚੀਜ਼ ਹੋਵੇ, ਮਤਲਬ ਕਾਰਬਨ ਜਿਹੜੀ ਹੈ ਆ ਚੇਨ ਇਨਕਰੀਜ਼ ਹੁੰਦੀ ਜਾਵੇ, ਚੇਨ ਮੀਨਸ ਇਨਕਰੀਜ਼ ਹੋ ਰਹੀ ਹੈ, ਤਾਂ ਫਿਰ ਜੋ ਹੈ ਜਦੋਂ ਅਸੀਂ ਕਲੋਰੀਨ ਇਹਦੇ ਵਿੱਚ ਐਡ ਕਰਾਂਗੇ ਤਾਂ ਕਲੋਰੀਨ ਕਿੱਥੇ ਜਾ ਕੇ ਲੱਗੂਗਾ? ਕਹਿੰਦੇ ਕਲੋਰੀਨ ਲੱਗੂਗਾ ਜਾ ਕੇ ਉਸ ਕਾਰਬਨ ਦੇ ਕੋਲ ਜੋ ਕਾਰਬਨ ਡਾਇਰੈਕਟਲੀ ਬੈਂਜ਼ੀਨ ਦੇ ਨਾਲ ਕੀ ਹੈ, ਅਟੈਚਡ ਹੈ। ਤੁਸੀਂ ਦੇਖ ਵੀ ਸਕਦੇ ਹੋ CH2 ਦੇਖੋ, ਇਹ Cl ਜਿਹੜਾ ਹੈ ਇਹਦੇ ਕੋਲ ਲੱਗ ਗਿਆ, ਜਾ ਕੇ ਲੱਗ ਗਿਆ ਨਾ। CH3 ਨੂੰ ਕੋਈ ਫਰਕ ਨਹੀਂ ਪਿਆ, ਇਹ ਉੱਥੇ ਹੀ ਹੈ। ਤਾਂ ਸਿਮਿਲਰਲੀ ਅੱਗੇ ਫਿਰ Cl2 ਐਡ ਕਰ ਦੋ, ਇੱਕ Cl2 ਫਿਰ ਉੱਥੇ ਹੀ ਜਿਹੜਾ ਹੈ ਅਟੈਚ ਹੋ ਜਾਏਗਾ ਜਾ ਕੇ। ਤਾਂ ਇਹ ਰਿਐਕਸ਼ਨ ਸੀਗੇ। ਤੇ ਇੱਕ ਰਿਐਕਸ਼ਨ ਇਹਦੇ ਵਿੱਚ ਹੋਰ ਆ ਜਾਂਦੀ ਹੈ, ਜਿੱਦਾਂ ਇਹਦੇ ਵਿੱਚ ਤੁਸੀਂ CH3 ਲਿਆ, SO2Cl2 ਵੀ ਲੈ ਸਕਦੇ ਹੋ, ਪਰਆਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਲਿਆ ਹੈਗਾ, ਤਾਂ ਕੀ ਹੋਏਗਾ, ਇੱਕ H ਇੱਥੋਂ ਇੱਕ H ਰਿਮੂਵ ਹੋ ਜਾਏਗਾ ਤੇ ਉਹਦੀ ਜਗ੍ਹਾ 'ਚ ਕੀ ਲੱਗ ਜਾਏਗਾ, Cl ਲੱਗ ਜਾਊਗਾ, ਰਿਮੂਵ ਹੋ ਕੇ Cl ਲੱਗ ਜਾਊਗਾ। ਨੈਕਸਟ ਹੈਗਾ ਫਸਟ ਪਾਰਟ ਹੈਲੋਰੀਨ ਦਾ ਕੰਪਲੀਟ ਹੋ ਗਿਆ। ਨੈਕਸਟ ਹੈਗਾ ਡਾਈਜ਼ੋਨੀਅਮ ਸਾਲਟਸ ਤੋਂ ਕਿੱਦਾਂ ਅਸੀਂ ਪ੍ਰਪੇਅਰ ਕਰ ਸਕਦੇ ਹਾਂ। ਡਾਈਜ਼ੋਨੀਅਮ ਸਾਲਟ ਕੀ ਹੁੰਦਾ, ਦੇਖੋ ਦਿਸ ਇਜ਼ ਵਾਟ, ਇਹ ਡਾਈਜ਼ੋਨੀਅਮ ਸਾਲਟ ਹੈ, ਇਹ ਡਾਈਜ਼ੋਨੀਅਮ ਸਾਲਟ ਹੈ। ਓਕੇ, ਡਾਈਜ਼ੋਨੀਅਮ ਸਾਲਟ ਦੇ ਵਿੱਚ ਕਿੱਦਾਂ ਪ੍ਰਪੇਅਰ ਕਰਾਂਗੇ, ਇਹ ਰੀਏਜੈਂਟ ਤੁਸੀਂ ਯਾਦ ਰੱਖਣਾ ਹੈ, ਦੈਟ ਇਜ਼ ਕਾਪਰ ਕਲੋਰਾਈਡ HCl। ਠੀਕ ਹੈ, ਇਹ ਜਦੋਂ ਤੁਸੀਂ ਡਾਈਜ਼ੋਨੀਅਮ ਦੇ ਵਿੱਚ ਐਡ ਕਰੋਗੇ ਤਾਂ ਤੁਹਾਡੇ ਕੋਲੇ ਹੈਲੋਰੀਨ ਪ੍ਰਪੇਅਰ ਹੋਏਗੀ। ਦਿਸ ਇਜ਼ ਹੈਲੋਅਰੀਨ। ਇਹ ਸਾਰੀਆਂ ਰਿਐਕਸ਼ਨ ਸੇਮ ਨੇ। ਅਗਰ ਤੁਸੀਂ ਬ੍ਰੋਮੋ ਪ੍ਰਪੇਅਰ ਕਰਨਾ ਤਾਂ ਬ੍ਰੋਮੀਨ ਪਾ ਦਿਓ, ਕਲੋਰੀਨ ਪ੍ਰਪੇਅਰ ਕਰਨਾ ਤੇ ਕਲੋਰੀਨ ਪਾ ਦਿਓ। ਵੈਰੀ ਇੰਪੋਰਟੈਂਟ ਕਿ ਰਿਐਕਸ਼ਨ ਦਾ ਨਾਮ ਕੀ ਹੈ। ਇਹ ਰਿਐਕਸ਼ਨ ਦਾ ਨਾਮ ਹੈ ਸੈਂਡਮੇਅਰ ਰਿਐਕਸ਼ਨ। ਐਗਜ਼ਾਮ ਦੇ ਵਿੱਚ ਰੀਏਜੈਂਟ ਪੁੱਛਿਆ ਜਾ ਸਕਦਾ ਹੈ ਕਿ ਜੋ ਸੈਂਡਮੇਅਰ ਰਿਐਕਸ਼ਨ ਉਹਦੇ ਵਿੱਚ ਕਿਹੜੇ ਰੀਏਜੈਂਟ ਜਿਹੜੇ ਨੇ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ ਜੀ। ਅੱਗੇ ਹੈਗਾ ਇਫ ਯੂ ਯੂਜ਼ ਕਾਪਰ ਪਾਊਡਰ ਇਨ ਦੀ ਪ੍ਰੈਜ਼ੈਂਸ ਆਫ HCl ਔਰ HBr, ਕਾਪਰ ਪਾਊਡਰ ਯੂਜ਼ ਕਰੀਏ ਅਸੀਂ ਤਾਂ ਵੀ ਸਾਡੇ ਕੋਲ ਜਿਹੜਾ ਹੈ ਪ੍ਰਪੇਅਰ ਹੋ ਜਾਏਗਾ ਕੌਣ, ਹੈਲੋਅਰੀਨ। ਇਹ ਰਿਐਕਸ਼ਨ ਤੁਸੀਂ ਕਰ ਸਕਦੇ ਹੋ। ਦੇਖੋ ਇਹ ਰਿਐਕਸ਼ਨ ਦਾ ਨਾਮ ਹੈ ਦੈਟ ਇਜ਼ ਗੈਟਰਮੈਨ ਰਿਐਕਸ਼ਨ। ਓਕੇ, ਗੈਟਰਮੈਨ ਰਿਐਕਸ਼ਨ। ਸੈਂਡਮੇਅਰ ਦੇ ਵਿੱਚ ਰੀਏਜੈਂਟ ਅਲੱਗ ਸੀਗਾ ਬਟ ਗੈਟਰਮੈਨ ਦੇ ਵਿੱਚ ਅਲੱਗ ਹੈ। ਤਾਂ ਇਹੀ ਚੀਜ਼ਾਂ ਜਿਹੜੀਆਂ ਨੇ ਪੇਪਰ 'ਚ ਐਗਜ਼ਾਮ 'ਚ 1 ਮਾਰਕਸ ਪੁੱਛੀਆਂ ਜਾ ਸਕਦੀਆਂ ਨੇ ਕਿ ਜੋ ਮੇਨ ਰੀਏਜੈਂਟ ਹੈ ਗੈਟਰਮੈਨ ਰਿਐਕਸ਼ਨ ਦੇ ਵਿੱਚ ਕਿਹੜਾ ਯੂਜ਼ ਕੀਤਾ ਜਾਂਦਾ ਹੈਲੋਅਲਕੇਨ ਨੂੰ ਪ੍ਰਪੇਅਰ ਕਰਨ ਵਾਸਤੇ, ਉੱਥੇ ਆਪਸ਼ਨ ਆ ਜਾਣਗੇ ਤੁਹਾਡੇ ਕੋਲ ਅਲੱਗ-ਅਲੱਗ, ਤਾਂ ਤੁਸੀਂ ਇਹ ਆਪਸ਼ਨ ਜਿਹੜੀ ਹੈਗੀ ਹੈ ਕਰੈਕਟ ਕਰਨੀ ਹੈ। ਨੈਕਸਟ ਹੈਗਾ ਤੁਹਾਡੇ ਕੋਲ KI ਪ੍ਰਪੇਅਰ ਕਰਨਾ ਹੈ ਤਾਂ ਸਿਮਿਲਰ ਵਾਰਮ ਮੀਨਸ ਇਹਦੇ ਵਿੱਚ ਤੁਸੀਂ ਅਗਰ ਆਈਡੋਬੈਂਜ਼ੀਨ ਪ੍ਰਪੇਅਰ ਕਰਨੀ ਹੈ ਤਾਂ ਸਿੰਪਲੀ KI ਐਡ ਕਰ ਦਿਓ ਤੇ ਤੁਹਾਡੇ ਕੋਲ ਹੈਲੋਰੀਨ ਜਿਹੜੀ ਹੈ ਪ੍ਰਪੇਅਰ ਹੋ ਜਾਏਗੀ। ਫਲੋਰੋਐਰੀਨਸ ਵੀ ਦੇਖੋ ਇੱਥੇ ਪ੍ਰਪੇਅਰ ਕੀਤੀਆਂ ਜਾਂਦੀਆਂ ਨੇ। ਫਲੋਰੋਐਰੀਨਸ ਨੂੰ ਪ੍ਰਪੇਅਰ ਕਰਨ ਵਾਸਤੇ ਸਾਨੂੰ ਕਿਸ ਚੀਜ਼ ਨੂੰ ਯੂਜ਼ ਕਰਨਾ ਪੈਂਦਾ, ਦੈਟ ਇਜ਼ ਫਲੋਰੋਬੋਰਿਕ ਐਸਿਡ। ਡਾਈਜ਼ੋਨੀਅਮ ਸਾਲਟ ਚੱਲ ਰਿਹਾ, ਡਾਈਜ਼ੋਨੀਅਮ ਸਾਲਟ ਦੇ ਵਿੱਚ ਫਸਟ ਰਿਐਕਸ਼ਨ ਸੈਂਡਮੇਅਰ ਸੀ, ਸੈਕਿੰਡ ਆ ਗਈ ਸੀ ਗੈਟਰਮੈਨ ਰਿਐਕਸ਼ਨ, ਥਰਡ ਅਸੀਂ ਆਇਓਡੀਨ ਵਾਲਾ ਪ੍ਰਪੇਅਰ ਕੀਤਾ, ਹੁਣ ਅਸੀਂ ਫਲੋਰੋ ਪ੍ਰਪੇਅਰ ਕਰ ਰਹੇ ਹਾਂ। ਫਲੋਰੋ ਨੂੰ ਪ੍ਰਪੇਅਰ ਕਰਨ ਵਾਸਤੇ ਫਲੋਰੋਬੋਰਿਕ ਐਸਿਡ ਨੂੰ ਯੂਜ਼ ਕੀਤਾ ਜਾਂਦਾ ਹੈ ਤੇ ਯੂਜ਼ ਕਰਨ ਤੋਂ ਬਾਅਦ ਕੀ ਹੁੰਦਾ ਹੈਗਾ, ਸਾਡੇ ਕੋਲ ਕੀ ਬਣਦਾ ਹੈ, ਇਹ ਪ੍ਰੋਡਕਟ ਬਣਦਾ ਹੈ। ਇਸ ਪ੍ਰੋਡਕਟ ਨੂੰ ਅਗੇਨ ਜੋ ਹੈ ਹੀਟ ਕੀਤਾ ਜਾਂਦਾ ਹੈ, ਹੀਟ ਕਰਨ ਤੋਂ ਬਾਅਦ ਹੀ ਸਾਡੇ ਕੋਲ ਕੀ ਬਣਦੀ ਹੈ, ਫਲੋਰੋਐਰੀਨ ਬਣਦੀ ਹੈ। ਓਕੇ, ਦਿਸ ਇਜ਼ ਫਲੋਰੋਬੈਂਜ਼ੀਨ। ਓਕੇ, ਇਸ ਰਿਐਕਸ਼ਨ ਨੂੰ ਕੀ ਕਿਹਾ ਜਾਂਦਾ ਹੈ, ਦਿਸ ਇਜ਼ ਬਾਲ-ਸ਼ਾਈਮਨ ਰਿਐਕਸ਼ਨ। ਬਾਲ-ਸ਼ਾਈਮਨ ਰਿਐਕਸ਼ਨ। ਤਾਂ ਐਗਜ਼ਾਮ 'ਚ ਆ ਸਕਦਾ ਕਿ ਬਾਲ-ਸ਼ਾਈਮਨ ਰਿਐਕਸ਼ਨ ਕਿਸ ਨੂੰ ਪ੍ਰਪੇਅਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਔਰ ਕਿਹੜਾ ਰੀਏਜੈਂਟ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹ ਨਿੱਕੇ ਨਿੱਕੇ ਪੁਆਇੰਟਸ ਜਿਹੜੇ ਨੇ, ਫੈਕਟਸ ਜਿਹੜੇ ਨੇ, ਤੁਸੀਂ ਸਿਰਫ ਨੋਟ ਕਰ ਲਓ। ਵੀਡੀਓ ਤਾਂ ਇੱਥੇ ਹੀ ਹੈ, ਜਦੋਂ ਮਰਜ਼ੀ ਤੁਸੀਂ ਦੇਖ ਲਿਓ। ਆ ਦੇਖੋ ਇਹਦੇ ਵਿੱਚ ਕੀ ਹੋਇਆ, ਆ ਤਿੰਨੋਂ ਰਿਐਕਸ਼ਨਸ ਮੈंने ਦਿੱਤੀਆਂ ਹੋਈਆਂ ਨੇ ਤੁਹਾਨੂੰ, ਇੱਕ ਤਰ੍ਹਾਂ ਸਮਰੀ ਬਣਾ ਕੇ ਦਿੱਤੀਆਂ ਨੇਗੀਆਂ। ਸੈਂਡਮੇਅਰ ਦੇ ਵਿੱਚ ਤੁਸੀਂ ਕੀ ਯੂਜ਼ ਕਰਦੇ ਹੋ, ਗੈਟਰਮੈਨ ਦੇ ਵਿੱਚ ਇਹ ਚੀਜ਼ ਯੂਜ਼ ਕੀਤੀ ਜਾਂਦੀ ਹੈ, ਬਾਲ-ਸ਼ਾਈਮਨ ਦੇ ਵਿੱਚ ਇਹ ਵਾਲੀ ਚੀਜ਼ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਅੱਗੇ ਹੈਗਾ ਪ੍ਰੀਵੀਅਸ ਈਅਰ ਕੁਐਸਚਨ, ਆ ਦੇਖੋ ਇਹ ਆਇਆ ਹੋਇਆ ਕੁਐਸਚਨ ਹੈ, ਤੁਸੀਂ ਚੈੱਕ ਕਰ ਸਕਦੇ ਹੋ 2017 ਦੇ ਪੇਪਰ ਦੇ ਵਿੱਚ ਕਿ ਮੇਜਰ ਪ੍ਰੋਡਕਟ ਜਿਹੜਾ obtain ਹੋਏਗਾ ਇਨ ਦਾ ਰਿਐਕਸ਼ਨ ਆਫ ਪ੍ਰੋਪਾਈਲ ਬੈਂਜ਼ੀਨ ਵਿਦ ਕਲੋਰੀਨ ਇਨ ਦਾ ਪ੍ਰੈਜ਼ੈਂਸ ਆਫ UV ਰੇਡੀਏਸ਼ਨ। ਸੋ ਇਹ ਕੁਐਸਚਨ ਦੇਖੋ ਇਦਾਂ ਬਣ ਕੇ ਆਇਆ, ਬਟ ਸਟੇਟਮੈਂਟ ਕੁਐਸਚਨ ਇਦਾਂ ਬਣ ਕੇ ਆਇਆ, ਮੀਨਸ ਰਿਐਕਸ਼ਨ ਨਹੀਂ ਆਈ ਇਹਦੇ ਵਿੱਚ, ਤਾਂ ਜਸਟ ਇਹਨਾਂ ਨੇ ਤੁਹਾਨੂੰ ਪ੍ਰੋਡਕਟ ਪੁੱਛਿਆ। ਤੇ ਪ੍ਰੋਡਕਟ ਤੁਹਾਨੂੰ ਤਾਂ ਯਾਦ ਹੋਊਗਾ ਜੇ ਤੁਸੀਂ ਡਿਟੇਲ ਦੇ ਵਿੱਚ ਇਹ ਚੈਪਟਰ ਪੜ੍ਹਿਆ ਹੋਊਗਾ, ਤੁਹਾਨੂੰ ਆਲ ਜਿਹੜੀਆਂ ਰਿਐਕਸ਼ਨਸ ਨੇ ਤੁਹਾਡੇ ਮਾਈਂਡ ਦੇ ਵਿੱਚ ਹੋਣਗੀਆਂ। ਸੋ ਇਹਦੇ ਵਿੱਚ ਮੈंने ਉਹ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਨੇ ਜਿੱਥੋਂ ਰਿਐਕਸ਼ਨਸ ਬਣ ਸਕਦੀਆਂ ਨੇ। ਓਕੇ ਜੀ, ਸੋ ਦਿਸ ਇਜ਼ ਆਲ ਅਬਾਊਟ ਆਰ ਚੈਪਟਰ। ਆ ਦੇਖੋ ਇੱਕ ਚਾਰਟ ਦਿੱਤਾ ਗਿਆ ਤੁਹਾਨੂੰ, ਇਹ ਸਾਰੀ ਤੁਸੀਂ ਕਹਿ ਸਕਦੇ ਹੋ ਵੀ ਇੱਕ ਤਰ੍ਹਾਂ ਇਹ ਸਮਰੀ ਜਿਹੜੀ ਹੈਗੀ ਹੈ ਇਸ ਚੈਪਟਰ ਦੀ ਜੋ ਅੱਜ ਦੇ ਟੌਪਿਕ ਦੀ ਹੈਗੀ ਹੈ। ਠੀਕ ਹੈ, ਇਹਨੂੰ ਤੁਸੀਂ ਜ਼ਰੂਰ ਰੀਡ ਕਰਿਓ, ਪੜ੍ਹਿਓ ਇੱਕ ਵਾਰੀ ਸਾਰਾ ਲੈਕਚਰ ਸੁਣਨ ਤੋਂ ਬਾਅਦ ਦੁਬਾਰਾ।
ਤੇ ਜੇਕਰ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇ, ਸੈਸ਼ਨ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਲਾਈਕ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ ਅਤੇ ਆਪਣੇ ਫਰੈਂਡਸ ਨਾਲ, ਨੀਅਰ ਡੀਅਰਸ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਠੀਕ ਹੈ ਜੀ। ਨੈਕਸਟ ਪਾਰਟ ਜਿਹੜਾ ਹੈ, ਨੈਕਸਟ ਪਾਰਟ ਦੇ ਵਿੱਚ ਆਪਾਂ ਇਸ ਚੈਪਟਰ ਨੂੰ ਕੰਪਲੀਟ ਕਰ ਦਾਂਗੇ ਅਤੇ 2 ਪਾਰਟਸ ਦੇ ਵਿੱਚ ਇਹ ਤੁਹਾਡਾ ਚੈਪਟਰ ਕੰਪਲੀਟ ਹੋ ਗਿਆ। ਹੋਪਫੁਲੀ ਤੁਹਾਡੇ ਜਿੰਨੇ ਵੀ ਇਸ ਦੇ ਵਿੱਚੋਂ ਕੁਐਸਚਨ ਬਣਨਗੇ, ਹੋਪਫੁਲੀ ਤੁਹਾਡੇ ਉੱਥੇ ਕਰੈਕਟ ਹੋਣਗੇ। ਸੋ ਥੈਂਕ ਯੂ ਸਟੂਡੈਂਟਸ, ਥੈਂਕ ਯੂ ਅ ਲਾਟ।